ਇੱਕ ਸਮਾਂ ਇਹੋ ਜਿਹਾ ਆ ਗਿਆ ਜਦੋਂ ਪਿੰਡ ਦੇ 20-22 ਦੇ ਕਰੀਬ ਠਾਕੁਰਾਂ ਨੇ ਉਸ ਵਿਚਾਰੀ ਇਕੱਲੀ ਔਰਤ ਨਾਲ ਵਾਰੋ-ਵਾਰੀ ਬਲਾਤਕਾਰ ਕੀਤਾ 3 ਦਿਨ ਲਗਾਤਾਰ। ਇਹ ਸਜ਼ਾ ਕਿਸ ਚੀਜ਼ ਦੀ ਦਿੱਤੀ ਗਈ? ਇਹ ਅਖੌਤੀ ਉੱਚ ਜਾਤ ਦੇ ਲੋਕ ਸੀ, ਉਹ ਉਹਦੇ ਤੇ ਸ਼ੁਰੂ ਤੋਂ ਜਿਹੜੀ ਮਾੜੀ ਨਿਗਾਹ ਰੱਖਦੇ ਸੀ, ਉਹਨੂੰ ਆਪਣੇ ਤਰੀਕੇ ਮੁਤਾਬਕ ਉਹਦਾ ਚਰਿੱਤਰ ਹਨਨ ਕਰਨਾ ਚਾਹੁੰਦੇ ਸੀ ਔਰ ਬਲਾਤਕਾਰ ਕਰਨ ਤੋਂ ਬਾਅਦ ਉਹਨੂੰ ਕਿਹਾ ਗਿਆ ਕਿ ਤੂੰ ਆਪਦੇ ਸਵੈਮਾਨ ਦੀ ਰੱਖਿਆ ਦੀ ਖਾਤਰ ਸਾਡੇ ਨਾਲ ਲੜਦੀ ਸੀ, ਤੇਰਾ ਸਵੈਮਾਨ ਅਸੀਂ ਸਮੂਹਿਕ ਤੌਰ ਤੇ ਭੰਗ ਕਰਦੇ ਹਾਂ। ਇਹ ਯੂਪੀ ਦੀ ਘਟਨਾ ਹੈ? ਯੂਪੀ ਦੀ ਘਟਨਾ। ਔਰ ਵੀਰ ਜੀ ਦੁੱਖ ਦੀ ਗੱਲ ਇਹ ਆ ਕਿ ਇਹੋ ਜਿਹੀਆਂ ਘਟਨਾਵਾਂ ਅੱਜ ਵੀ ਸੋਸ਼ਲ ਮੀਡੀਆ ਦਾ ਜ਼ਮਾਨਾ, ਤੁਸੀਂ ਦੇਖਿਆ ਹੋਣਾ, ਅੱਜ ਵੀ ਵਾਪਰ ਰਹੀਆਂ ਨੇ। ਇੱਕ ਸਮਾਂ ਇਹੋ ਜਿਹਾ ਆਇਆ ਜਦੋਂ ਉਸੇ ਪਿੰਡ ਦੇ ਵਿੱਚ ਦੁਬਾਰਾ ਉਹ ਆਈ ਔਰ ਉਹ 22 ਦੇ 22 ਠਾਕਰਾਂ ਨੂੰ ਉਹਨੇ ਇੱਕ ਲਾਈਨ ਵਿੱਚ ਖੜਾ ਕੇ ਸ਼ਰੇਆਮ ਗੋਲੀ ਮਾਰ ਕੇ ਹਲਾਕ ਕਰ ਦਿੱਤਾ। ਖਾੜਕੂਵਾਦ ਦੇ ਸਮੇਂ ਦੇ, ਸਾਡੇ ਸੰਘਰਸ਼ ਦੇ ਸਮੇਂ ਦੇ ਬਹੁਤ ਸਾਰੇ ਯੋਧੇ ਨੇ ਜਿਹੜੇ ਬਿਨਾਂ ਕਿਸੇ ਕਾਰਨਾਂ ਕਰਕੇ ਜੇਲ੍ਹਾਂ 'ਚ ਬੰਦ ਨੇ, ਬਿਨਾਂ ਕੇਸਾਂ ਦੇ ਜਾਂ ਮਾਮੂਲੀ ਕੇਸਾਂ ਦੇ ਵਿੱਚ ਬਾਅਦ ਵੀ ਸਜ਼ਾ ਭੁਗਤਣ ਤੋਂ 2-2 3-3 ਗੁਣਾ ਸਜ਼ਾ ਵੀ ਭੁਗਤ ਚੁੱਕੇ ਨੇ, ਫਿਰ ਵੀ ਜੇਲ੍ਹਾਂ 'ਚ ਬੰਦ ਨੇ। ਉਹਨਾਂ ਨੂੰ ਕੋਈ ਨਹੀਂ ਛੱਡ ਰਿਹਾ। ਕਿਉਂ? ਕਿਉਂਕਿ ਸੱਤਾ ਸਾਡੇ ਹੱਥ ਵਿੱਚ ਨਹੀਂ ਹੈ। ਸੱਤਾ ਜੇ ਸਾਡੇ ਹੱਥ ਵਿੱਚ ਆ ਜਾਵੇ ਤਾਂ ਇਹ, ਕਿਉਂਕਿ ਇਹ ਬਹੁਤ ਪੁਰਾਣੀ ਘਟਨਾ ਨਹੀਂ ਹੈ, 1993 ਦੀ ਗੱਲ ਕਰ ਰਹੇ ਹਾਂ। ਤੁਸੀਂ ਇਹਦੇ ਇਤਿਹਾਸ ਵਿੱਚ ਜਾਓ, ਤੁਹਾਨੂੰ ਪਤਾ ਲੱਗ ਜਾਊਗਾ ਕਿ ਫੂਲਨ ਦੇਵੀ ਬਾਹਰ ਕਿਵੇਂ ਆਈ ਸੀ। ਜੇ ਉਹ ਆ ਸਕਦੀ ਆ ਤਾਂ ਸਾਡੇ ਯੋਧੇ ਕਿਉਂ ਨਹੀਂ ਆ ਸਕਦੇ? ਬੀਬੀ ਫੂਲਨ ਦੇਵੀ ਕਹਿ ਦਿੰਦੇ ਆਪਾਂ, ਡਾਕੂ ਸ਼ਬਦ ਵੀ ਇੱਥੇ ਨਹੀਂ ਵਰਤਦੇ। ਭੈਣ ਫੂਲਨ ਦੇਵੀ, ਭੈਣ ਫੂਲਨ ਦੇਵੀ ਕਹਿ ਲਈਏ ਕਿਉਂਕਿ ਉਸ ਭੈਣ ਦੇ ਨਾਲ ਧੱਕਾ ਹੋਇਆ। ਧੱਕਾ ਹੋਣ ਤੋਂ ਬਾਅਦ ਉਹਨੇ ਆਪਣਾ ਬਦਲਾ ਲਿਆ ਆ ਸਵੈਮਾਨ ਦੀ ਖਾਤਰ। ਉਹ ਕਹਿੰਦੀ ਕਿ ਮੇਰਾ ਸਵੈਮਾਨ ਤੁਸੀਂ ਡੋਬਣ ਦਾ ਯਤਨ ਕੀਤਾ ਆ, ਮੈਂ ਕਸੂਰਵਾਰ ਨਹੀਂ ਸੀ ਕਿਉਂਕਿ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਸੀ। ਤੁਸੀਂ ਮੇਰੇ ਨਾਲ ਧੱਕਾ ਕੀਤਾ, ਮਜ਼ਲੂਮ ਨਾਲ ਧੱਕਾ ਕੀਤਾ। ਅੱਜ ਮੈਂ ਪਾਵਰ ਦੇ ਵਿੱਚ ਆਈ ਹਾਂ, ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਖਤਮ ਕਰ ਦਿਆਂਗੀ। ਸੱਤਾ ਸਿੱਖਾਂ ਦੇ ਹੱਥ ਆ ਜਾਵੇ, ਉਹ ਸਿੱਖਾਂ ਦੀ ਸੋਚ ਕਿਹੋ ਜਿਹੀ ਆ ਸਾਨੂੰ ਉਹ ਵੀ ਦੇਖਣਾ ਪਏਗਾ। ਹਾਂ, ਕਿਉਂਕਿ ਇਕੱਲਾ ਇਹ ਨਹੀਂ ਹੈ ਕਿ ਪੱਗ ਹੈ। ਹਾਂਜੀ, ਸਿੱਖ ਕਾਂਗਰਸ ਦੇ ਸੋਚ ਕਿਹੜੀ ਹੈ? ਸਿੱਖ ਮੁੱਖ ਮੰਤਰੀ ਕਾਂਗਰਸ ਵੱਲੋਂ ਵੀ ਬਣੇ ਨੇ, ਸਿੱਖ ਮੁੱਖ ਮੰਤਰੀ ਅਕਾਲੀ ਦਲ ਬਾਦਲ ਵੱਲੋਂ ਵੀ ਬਣੇ ਨੇ। ਇਹ ਚਰਿੱਤਰ ਕਹਾਣ ਸਾਡੀ ਨੌਜਵਾਨੀ ਦਾ, ਸਾਡੇ ਨੌਜਵਾਨ ਮੁੰਡਿਆਂ ਦਾ, ਸਾਡੀ ਨੌਜਵਾਨ ਕੁੜੀਆਂ ਦਾ ਚਰਿੱਤਰ ਕਹਾਣ ਰਾਜ ਸੱਤਾ ਵਾਲੇ ਪੂਰੀ ਗਿਣੀ ਮਿਥੀ ਸਾਜ਼ਿਸ਼ ਨਾਲ ਕਰ ਰਹੇ ਨੇ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ। ਦਰਸ਼ਕੋ, ਤੁਹਾਡੇ ਪਸੰਦੀਦਾ ਪ੍ਰੋਗਰਾਮ ਵਿੱਚ ਗੱਲ ਜਦੋਂ ਐਡਵੋਕੇਟ ਹਰਪ੍ਰੀਤ ਸਿੰਘ ਜਮਾਲਪੁਰ ਨਾਲ ਪਿਛਲੇ ਐਪੀਸੋਡ ਵਿੱਚ ਕਰਦੇ ਸਾਂ ਤੇ ਗੱਲ ਚੱਲੀ ਸੀ ਕਿ ਸੱਤਾ ਕਿਉਂ ਜ਼ਰੂਰੀ ਹੈ, ਤੇ ਉਹਨਾਂ ਨੇ ਅਨੇਕਾਂ ਐਗਜ਼ਾਮਪਲਸ ਦਿੱਤੀਆਂ ਸੀ ਕਿ ਜਦੋਂ ਕੋਈ ਸੱਤਾ ਦੇ ਵਿੱਚ ਆਉਂਦਾ ਹੈ ਤੇ ਉਹਦੇ ਬੋਲ ਪੁੱਗਦੇ ਨੇ। ਜਦੋਂ ਕੋਈ ਸੱਤਾਧਾਰੀ ਧਿਰ ਹੁੰਦੀ ਹੈ ਉਹ ਆਪਣੀਆਂ ਬੜੀਆਂ ਚੀਜ਼ਾਂ ਲਾਗੂ ਕਰਵਾ ਲੈਂਦਾ। ਵੱਖਰੀ ਗੱਲ ਹੈ ਕਿ ਉਸ ਤੋਂ ਬਾਅਦ ਉਹ ਚੀਜ਼ਾਂ ਕਈ ਵਾਰੀ ਉਹਦੀ ਸੱਤਾ ਦੇ ਮੁੱਕਣ ਦੇ ਨਾਲ ਮੁੱਕ ਜਾਂਦੀਆਂ ਨੇ, ਪਰ ਜਿਹੜੀਆਂ ਚੀਜ਼ਾਂ ਜੀਨਸ ਦੇ ਵਿੱਚ ਹੁੰਦੀਆਂ ਨੇ ਉਹ ਕਦੀ ਨਹੀਂ ਮੁੱਕਦੀਆਂ ਹੁੰਦੀਆਂ। ਸੱਤਾ ਕਈ ਆਈਆਂ ਕਈ ਗਈਆਂ, ਪਰ ਇੱਕ ਗੱਲ ਇਹਨਾਂ ਨੇ ਕੀਤੀ ਸੀ ਕਿ ਜਦੋਂ ਸੱਤਾ ਹੁੰਦੀ ਹੈ ਉਦੋਂ ਤੁਹਾਡੇ ਕੋਲ ਕਾਫੀ ਐਸੇ ਸਾਧਨ ਮੌਜੂਦ ਹੋ ਜਾਂਦੇ ਨੇ ਤੁਹਾਨੂੰ ਆਪਣੀ ਗੱਲ ਰੱਖਣੀ, ਆਪਣੀ ਗੱਲ ਦੁਨੀਆ ਤੱਕ ਅਪਣਾਉਣੀ ਜਾਂ ਆਪਣੇ ਜਿਹੜੇ ਮਾਨਵ ਅਧਿਕਾਰ ਨੇ ਉਹ ਲੈਣੇ ਸੁਖਾਲੇ ਹੋ ਜਾਂਦੇ ਨੇ। ਕਈ ਵਾਰੀ ਤਾਂ ਐਸਾ ਵੀ ਹੋ ਜਾਂਦਾ ਹੈ ਕਿ ਜਦੋਂ ਕੋਈ ਸੱਤਾ ਤੋਂ ਬਾਹਰ ਹੋਵੇ ਉਹਦੀਆਂ ਸੱਚੀਆਂ ਨੂੰ ਵੀ ਝੂਠੀਆਂ ਬਣਾ ਕੇ ਪੇਸ਼ ਕਰ ਦਿੱਤਾ ਜਾਂਦਾ ਹੈ। ਬੜਾ ਕੁਝ ਐਸਾ ਚੱਲਦਾ ਹੈ। ਆਓ ਗੱਲਬਾਤ ਕਰਦੇ ਹਾਂ ਐਡਵੋਕੇਟ ਹਰਪ੍ਰੀਤ ਸਿੰਘ ਜਮਾਲਪੁਰ ਦੇ ਨਾਲ ਤੇ ਇਹਨਾਂ ਨੂੰ ਪੁੱਛਦੇ ਹਾਂ ਕਿ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਸੱਤਾ ਕਿਉਂ ਜ਼ਰੂਰੀ ਹੈ। ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਆਪਾਂ ਗੱਲਬਾਤ ਕਰਦੇ ਸਾਂ ਜੀ ਆਪਣੇ ਪਿਛਲੇ ਐਪੀਸੋਡ ਦੇ ਵਿੱਚ ਤੇ ਉਹਦੇ ਵਿੱਚ ਜ਼ਿਕਰ ਕਰ ਰਹੇ ਸਾਂ ਵੀ ਸੱਤਾ ਕਿਉਂ ਜ਼ਰੂਰੀ ਹੈ ਜੀ, ਤੇ ਤੁਸੀਂ ਕੁਝ ਉਹਦੇ ਵਿੱਚ ਐਗਜ਼ਾਮਪਲਸ ਦੇਣਾ ਚਾਹ ਰਹੇ ਸੀ, ਚੰਬਲ ਦੀ ਘਾਟੀ ਦੀ ਗੱਲ ਕਰਨ ਲੱਗੇ ਸੀ। ਮੈਂ ਚਾਹਾਂਗਾ ਕਿ ਉਹ ਸਾਰੇ ਕਨਸੈਪਟ ਨੂੰ ਅੱਜ ਆਪਾਂ ਆਪਣੇ ਲੱਖਾਂ ਦਰਸ਼ਕਾਂ ਦੇ ਅੱਗੇ ਵੀ ਰੱਖੀਏ। ਜੀ ਵੀਰ ਜੀ, ਉਹ ਜਿਹੜੀ ਗੱਲ ਸੀ ਉਹ ਇਹ ਸੀ ਜਿਹੜੀ ਡਾਕੂ ਸੁੰਦਰੀ ਜਾਂ ਦਸਿਓ ਸੁੰਦਰੀ ਜਿਹਨੂੰ ਕਿਹਾ ਗਿਆ, ਫੂਲਨ ਦੇਵੀ ਦੇ ਬਾਰੇ ਵਿੱਚ ਗੱਲ ਕਰ ਰਹੇ ਸੀ ਆਪਾਂ। ਹੁਣ ਫੂਲਨ ਦੇਵੀ ਦਾ ਇਤਿਹਾਸ ਕੀ ਸੀ ਕਿ ਉਹ ਜਿਸ ਅਖੌਤੀ ਨੀਚ ਜਾਤ ਵਿੱਚੋਂ ਆਉਂਦੀ ਸੀ, ਛੋਟੀ ਜਾਤ ਵਿੱਚੋਂ ਆਈ ਸੀ, ਤਾਂ ਜਿੱਥੇ ਉਹ ਰਹਿੰਦੀ ਸੀ, ਜਿਸ ਪਿੰਡ ਵਿੱਚ ਰਹਿੰਦੀ ਸੀ, ਤਾਂ ਉੱਥੇ ਉੱਚ ਜਾਤੀ ਠਾਕੁਰਾਂ ਦਾ ਦਬਦਬਾ ਸੀ ਔਰ ਉਹਨੂੰ ਪ੍ਰਤਾੜਿਤ ਕੀਤਾ ਗਿਆ
ਔਰ ਪ੍ਰਤਾੜਿਤ ਵੀ ਇਸ ਪੱਧਰ ਤੇ ਕੀਤਾ ਗਿਆ ਕਿ ਇੱਕ ਸਮਾਂ ਇਹੋ ਜਿਹਾ ਆ ਗਿਆ ਜਦੋਂ ਪਿੰਡ ਦੇ 20-22 ਦੇ ਕਰੀਬ ਠਾਕੁਰਾਂ ਨੇ ਉਸ ਵਿਚਾਰੀ ਇਕੱਲੀ ਔਰਤ ਨਾਲ ਬਾਰੋ ਵਾਰੀ ਬਲਾਤਕਾਰ ਕੀਤਾ 3 ਦਿਨ ਲਗਾਤਾਰ। ਅੱਛਾ 3 ਦਿਨ ਲਗਾਤਾਰ 3 ਦਿਨ ਲਗਾਤਾਰ ਸਮੂਹਿਕ ਬਲਾਤਕਾਰ ਕੀਤਾ ਔਰ ਉਸ ਤੋਂ ਬਾਅਦ ਉਹਨੂੰ ਬਿਨਾਂ ਕੱਪੜਿਆਂ ਦੇ ਪੂਰੇ ਪਿੰਡ ਦੇ ਵਿੱਚ ਉਹਦੀ ਨਗਨ ਪਰੇਡ ਕਰਾਈ ਗਈ, ਉਹਨੂੰ ਨੰਗਿਆਂ ਘੁਮਾਇਆ ਗਿਆ। ਇਹ ਸਜ਼ਾ ਕਿਸ ਚੀਜ਼ ਦੀ ਦਿੱਤੀ ਗਈ? ਇਹ ਸਜ਼ਾ ਇਸ ਚੀਜ਼ ਦੀ ਦਿੱਤੀ ਗਈ ਕਿ ਉਹ ਜਿਹੜੇ ਇਹ ਅਖੌਤੀ ਉੱਚ ਜਾਤ ਦੇ ਲੋਕ ਸੀ ਉਹ ਉਹਦੇ ਤੇ ਸ਼ੁਰੂ ਤੋਂ ਜਿਹੜੀ ਮਾੜੀ ਨਿਗਾਹ ਰੱਖਦੇ ਸੀ, ਉਹਨੂੰ ਆਪਣੇ ਤਰੀਕੇ ਮੁਤਾਬਕ ਉਹਦਾ ਚਰਿੱਤਰ ਹਨਨ ਕਰਨਾ ਚਾਹੁੰਦੇ ਸੀ। ਉਹ ਆਪਦੇ ਹੱਕਾਂ ਲਈ ਉੱਠ ਕੇ ਖੜੀ ਹੋ ਗਈ। ਇਹ ਕਹਿੰਦੀ ਮੈਂ ਤੁਹਾਡੀ ਇਹ ਮਨਸ਼ਾ ਪੂਰੀ ਨਹੀਂ ਹੋਣ ਦੇਵਾਂਗੀ। ਜਦੋਂ ਉਹਨੇ ਵਿਰੋਧ ਕੀਤਾ ਤਾਂ ਸਜ਼ਾ ਦੇ ਰੂਪ ਵਿੱਚ ਉਹਨਾਂ ਨੇ ਉਹਦਾ ਸਮੂਹਿਕ ਬਲਾਤਕਾਰ ਕੀਤਾ ਔਰ ਬਲਾਤਕਾਰ ਕਰਨ ਤੋਂ ਬਾਅਦ ਉਹਨੂੰ ਕਿਹਾ ਗਿਆ ਕਿ ਤੂੰ ਆਪਦੇ ਸਵੈਮਾਨ ਦੀ ਰੱਖਿਆ ਦੀ ਖਾਤਰ ਸਾਡੇ ਨਾਲ ਲੜਦੀ ਸੀ, ਤੇਰਾ ਸਵੈਮਾਨ ਅਸੀਂ ਸਮੂਹਿਕ ਤੌਰ ਤੇ ਭੰਗ ਕਰਦੇ ਹਾਂ। ਉਸ ਤੋਂ ਇਲਾਵਾ ਪਿੰਡ ਦੇ ਵਿੱਚ ਨਗਨ ਫੇਰ ਕੇ ਤੈਨੂੰ ਸਮਾਜਿਕ ਸ਼ਰਮਿੰਦਗੀ ਦੇ ਵਿੱਚ ਸਾਰੀ ਉਮਰ ਲਈ ਡੋਬਣ ਦੀ ਅਸੀਂ ਇਹ ਘਟਨਾ ਜਿਹੜੀ ਆ ਉਹਨੂੰ ਅੰਜਾਮ ਦੇ ਰਹੇ ਹਾਂ। ਡਾਕੂ ਫੂਲਨ ਦੇਵੀ ਦੀ ਗੱਲ ਕਰ ਰਹੇ ਹਾਂ। ਡਾਕੂ ਫੂਲਨ ਦੇਵੀ ਦੇ ਨਾਲ ਇਹ ਕੁਝ ਹੋਇਆ ਸੀ। ਡਾਕੂ ਉਹ ਬਾਅਦ ਵਿੱਚ ਬਣੀ ਆ, ਬਾਅਦ ਵਿੱਚ ਪਹਿਲਾਂ ਤਾਂ ਉਹ ਇੱਕ ਮਜ਼ਲੂਮ ਔਰਤ ਦੇ ਤੌਰ ਤੇ ਵਿਚਰ ਰਹੀ ਸੀ। ਦਲਿਤ ਸਮਾਜ ਵਿੱਚੋਂ ਸੀ। ਦਲਿਤ ਸਮਾਜ ਵਿੱਚੋਂ ਸੀ। ਇਹ ਯੂਪੀ ਦੀ ਘਟਨਾ ਹੈ। ਯੂਪੀ ਦੀ ਘਟਨਾ ਔਰ ਵੀਰ ਜੀ ਦੁੱਖ ਦੀ ਗੱਲ ਇਹ ਆ ਕਿ ਇਹੋ ਜਿਹੀਆਂ ਘਟਨਾਵਾਂ ਅੱਜ ਵੀ ਸੋਸ਼ਲ ਮੀਡੀਆ ਦਾ ਜ਼ਮਾਨਾ ਤੁਸੀਂ ਦੇਖਿਆ ਹੋਣਾ, ਅੱਜ ਵੀ ਵਾਪਰ ਰਹੀਆਂ ਨੇ। ਪਰ ਫੂਲਨ ਦੇਵੀ ਜਿਹੜੀ ਕਿ ਸਵੈਮਾਨ ਨਾਲ ਭਰੀ ਹੋਈ ਸੀ, ਜਿਹਨੂੰ ਕਿ ਆਪਣੇ ਹੱਕਾਂ ਪ੍ਰਤੀ ਪੂਰੀ ਜਾਗਰੂਕ ਸੀ, ਉਹਨੇ ਤਹਈਆ ਕਰ ਲਿਆ, ਸੋਚ ਲਿਆ ਕਿ ਮੈਂ ਇਹਨਾਂ ਨੇ ਜਿਹੜਾ ਮੇਰੇ ਤੇ ਅਤਿਆਚਾਰ ਕੀਤਾ ਮੈਂ ਇਸ ਅਤਿਆਚਾਰ ਦਾ ਬਦਲਾ ਲੈ ਕੇ ਰਹੂੰਗੀ ਤਾਂ ਕਿ ਅੱਗੇ ਤੋਂ ਇਹੋ ਜਿਹੀਆਂ ਘਟਨਾਵਾਂ ਨਾ ਵਾਪਰਨ, ਮੇਰੇ ਵਰਗੀ ਦੁਬਾਰਾ ਕਿਸੇ ਫੂਲਨ ਦੇਵੀ ਨੂੰ ਇਹ ਕੁਝ ਝੱਲਣਾ ਨਾ ਪਵੇ। ਉਹਨੇ ਜਾ ਕੇ ਡਾਕੂਆਂ ਦੇ ਗਰੋਹ ਦੇ ਵਿੱਚ ਸ਼ਾਮਲ ਹੋਈ, ਆਪਦਾ ਦਬਦਬਾ ਕਾਇਮ ਕੀਤਾ ਤੇ ਉਹਨਾਂ ਨੂੰ ਨਾਲ ਲੈ ਕੇ ਇੱਕ ਸਮਾਂ ਇਹੋ ਜਿਹਾ ਆਇਆ ਜਦੋਂ ਉਸੇ ਪਿੰਡ ਦੇ ਵਿੱਚ ਦੁਬਾਰਾ ਉਹ ਆਈ ਔਰ ਉਹ 22 ਦੇ 22 ਠਾਕਰਾਂ ਨੂੰ ਉਹਨੇ ਇੱਕ ਲਾਈਨ ਵਿੱਚ ਖੜਾ ਕੇ ਸ਼ਰੇਆਮ ਗੋਲੀ ਮਾਰ ਕੇ ਹਲਾਕ ਕਰ ਦਿੱਤਾ। ਅੱਛਾ, ਉਸੇ ਬੱਚੀ ਨੇ ਜਿਹਦੇ ਨਾਲ 22 ਠਾਕੁਰਾਂ ਨੇ ਰੇਪ ਕੀਤਾ ਸੀ। ਇਹਨਾਂ ਨੇ ਰੇਪ ਕੀਤਾ ਸੀ, ਉਹਨਾਂ ਨੂੰ ਹੀ ਉੱਥੇ ਹੀ ਖੜਾ ਕੇ ਸ਼ਰੇਆਮ ਗੋਲੀ ਮਾਰੀ। ਮਾਰਨ ਤੋਂ ਬਾਅਦ ਇਹ ਐਲਾਨ ਕੀਤਾ ਵੀ ਇਹਨਾਂ ਨੇ ਮੇਰੇ ਨਾਲ ਆਹ ਕੁਛ ਕੀਤਾ ਸੀ, ਮੈਂ ਉਸ ਚੀਜ਼ ਦਾ ਬਦਲਾ ਲਿਆ। ਇਹ 1981-82 ਦੀ ਗੱਲ ਹੈ। ਉਸ ਤੋਂ ਬਾਅਦ ਕੀ ਹੋਇਆ, 1984 ਦੇ ਵਿੱਚ ਉਹ ਗ੍ਰਿਫਤਾਰ ਹੋ ਗਈ, ਉਹਨੇ ਆਤਮ ਸਮਰਪਣ ਕਰਤਾ। ਆਤਮ ਸਮਰਪਣ ਕਰਨ ਤੋਂ ਬਾਅਦ ਹੁਣ 22 ਕਤਲਾਂ ਦਾ ਪਲੱਸ ਇਸ ਤੋਂ ਇਲਾਵਾ 55 ਮੁਕੱਦਮੇ ਟੋਟਲ ਸੀ ਜਿਹੜੇ ਉਸ ਉੱਤੇ ਚੱਲ ਰਹੇ ਸੀ। ਠੀਕ ਹੈ। ਉਹਨਾਂ ਸਾਰੇ ਮੁਕੱਦਮਿਆਂ ਵਿੱਚੋਂ 1993 ਦੇ ਵਿੱਚ ਉਹ ਸਾਰੇ ਉਹਦੇ ਤੇ ਜਿਹੜੇ ਵੀ ਇਲਜ਼ਾਮ ਲੱਗੇ ਗਏ ਸੀ ਵਾਪਸ ਲੈ ਲਏ ਤੇ ਉਹ ਜੇਲ੍ਹ ਤੋਂ ਰਿਹਾ ਹੋ ਕੇ ਬਾਇਜ਼ਤ ਬਾਹਰ ਆਈ। ਬਾਹਰ ਆਉਣ ਤੋਂ ਬਾਅਦ ਰਾਜਨੀਤਿਕ ਤੌਰ ਤੇ ਐਕਟਿਵ ਹੋਈ ਤੇ ਉਹ ਮੈਂਬਰ ਪਾਰਲੀਮੈਂਟ ਬਣੀ। ਹੁਣ ਉਹ 1993 ਵਿੱਚ ਬਾਹਰ ਕਿਵੇਂ ਆ ਗਈ ਇੰਨੀ ਛੇਤੀ? ਕਿਉਂਕਿ ਉਹ 1993 ਦੇ ਵਿੱਚ ਯੂਪੀ ਦੇ ਉਸ ਦੇ ਇਲਾਕੇ ਦੇ ਵਿੱਚ ਅਖੌਤੀ ਨੀਚ ਜਾਤ ਦੀ ਸਰਕਾਰ ਬਣੀ, ਨੀਚ ਜਾਤ ਦੇ ਲੀਡਰਾਂ ਦੀ ਸਰਕਾਰ ਬਣੀ। ਉਹਨਾਂ ਦਾ ਆਪਸ ਵਿੱਚ ਗਠਬੰਧਨ ਹੋਇਆ। ਉਹ ਗਠਬੰਧਨ ਦੇ ਵਿੱਚ ਇੱਕ ਧਿਰ ਨੇ ਖਾਸ ਤੌਰ ਤੇ ਬਾਊ ਕਾਂਸ਼ੀ ਰਾਮ ਜੀ ਨੇ, ਸਾਹਿਬ ਕਾਂਸ਼ੀ ਰਾਮ ਜਿਹੜੇ ਕਿ ਬਹੁਜਨ ਸਮਾਜ ਪਾਰਟੀ ਦੇ ਪਿਤਾਮਾ ਨੇ, ਉਹਨਾਂ ਨੇ ਸ਼ਰਤ ਰੱਖ ਕੇ ਫੂਲਨ ਦੇਵੀ ਦੇ ਕੇਸ ਸਾਰੇ ਖਾਰਜ ਕਰਵਾ ਕੇ ਉਹਨੂੰ ਜੇਲ੍ਹ ਤੋਂ ਰਿਹਾ ਕਰਵਾਇਆ। ਅੱਛਾ, ਕਹਿਣ ਤੋਂ ਭਾਵ ਇਹ ਸੱਤਾ ਦੀ ਤਾਕਤ ਹੈ। ਇਸ ਤੋਂ ਵੱਡੀ ਤਾਕਤ ਸੱਤਾ ਦੀ ਉਦਾਹਰਣ ਹੋਰ ਕੀ ਹੋ ਸਕਦੀ ਆ? ਅੱਜ ਅਸੀਂ ਕਹਿ ਰਹੇ ਹਾਂ ਕਿ ਸਾਡੇ ਉਸ ਖਾੜਕੂਵਾਦ ਦੇ ਸਮੇਂ ਦੇ, ਸਾਡੇ ਸੰਘਰਸ਼ ਦੇ ਸਮੇਂ ਦੇ ਬਹੁਤ ਸਾਰੇ ਯੋਧੇ ਨੇ ਜਿਹੜੇ ਬਿਨਾਂ ਕਿਸੇ ਕਾਰਨਾਂ ਕਰਕੇ ਜੇਲ੍ਹਾਂ 'ਚ ਬੰਦ ਨੇ, ਬਿਨਾਂ ਕੇਸਾਂ ਦੇ ਜਾਂ ਮਾਮੂਲੀ ਕੇਸਾਂ ਦੇ ਵਿੱਚ ਬਾਅਦ ਵੀ ਸਜ਼ਾ ਭੁਗਤਣ ਤੋਂ 2-2 3-3 ਗੁਣਾ ਸਜ਼ਾ ਵੀ ਭੁਗਤ ਚੁੱਕੇ ਨੇ, ਫਿਰ ਵੀ ਜੇਲ੍ਹਾਂ 'ਚ ਬੰਦ ਨੇ। ਉਹਨਾਂ ਨੂੰ ਕੋਈ ਨਹੀਂ ਛੱਡ ਰਿਹਾ। ਕਿਉਂ? ਕਿਉਂਕਿ ਸੱਤਾ ਸਾਡੇ ਹੱਥ ਵਿੱਚ ਨਹੀਂ ਹੈ। ਸੱਤਾ ਜੇ ਸਾਡੇ ਹੱਥ ਵਿੱਚ ਆ ਜਾਵੇ ਤਾਂ ਇਹ, ਕਿਉਂਕਿ ਇਹ ਬਹੁਤ ਪੁਰਾਣੀ ਘਟਨਾ ਨਹੀਂ ਹੈ, 1993 ਦੀ ਗੱਲ ਕਰ ਰਹੇ ਹਾਂ। ਤੁਸੀਂ ਇਹਦੇ ਇਤਿਹਾਸ ਵਿੱਚ ਜਾਓ, ਤੁਹਾਨੂੰ ਪਤਾ ਲੱਗ ਜਾਊਗਾ ਕਿ ਫੂਲਨ ਦੇਵੀ ਬਾਹਰ ਕਿਵੇਂ ਆਈ ਸੀ। ਜੇ ਉਹ ਆ ਸਕਦੀ ਆ ਤਾਂ ਸਾਡੇ ਯੋਧੇ ਕਿਉਂ ਨਹੀਂ ਆ ਸਕਦੇ? ਕਿਉਂਕਿ ਹੱਕੀ ਮੰਗਾਂ ਵਾਸਤੇ ਲੜੇ ਸੀ। ਇਹਨਾਂ ਨੇ ਕਿਸੇ ਦੇ ਕਤਲ ਨਹੀਂ ਸੀ ਕੀਤੇ, ਇਹਨਾਂ ਨੇ ਕਿਸੇ ਦੇ ਬਲਾਤਕਾਰ ਨਹੀਂ ਸੀ ਕੀਤੇ, ਕਿਸੇ ਦੀਆਂ ਲੁੱਟਾਂ ਖੋਹਾਂ ਨਹੀਂ ਸੀ ਕੀਤੀਆਂ। ਧਰਮ ਦੀ ਖਾਤਰ, ਕੌਮ ਦੀ ਖਾਤਰ, ਆਪਦੀ ਅਣਖ ਦੀ ਖਾਤਰ, ਆਪਦੀ ਖੁਦ ਮੁਖਤਿਆਰੀ ਦੀ ਖਾਤਰ ਇਹ ਲੋਕ ਸੰਘਰਸ਼ ਕਰ ਰਹੇ ਸੀ ਔਰ ਖਾਮ ਖਾ ਦੀਆਂ ਤੋਹਮਤਾਂ ਲਾ ਕੇ ਇਹਨਾਂ ਨੂੰ ਜੇਲ੍ਹ 'ਚ ਸਿੱਟਿਆ ਗਿਆ। ਔਰ ਮੈਂ
ਯਕੀਨ ਨਾਲ ਕਹਿ ਸਕਦਾ ਕਿ ਅੱਜ ਵੀ ਜਿਹੜੀ ਖੁਦਮੁਖਤਿਆਰੀ ਦੀ ਆਪਾਂ ਪਹਿਲਾਂ ਵੀ ਗੱਲ ਕਰਕੇ ਹਟਿਆ ਕਿ ਖੁਦਮੁਖਤਿਆਰੀ ਪੈਦਾ ਕਰੋ ਖੁਦਮੁਖਤਿਆਰੀ ਆਪਦੇ ਘਰਾਂ ਵਿੱਚ, ਆਪਦੇ ਮੁਹੱਲਿਆਂ ਵਿੱਚ ਪੈਦਾ ਕਰੋ, ਆਪਣੇ ਪਿੰਡਾਂ ਵਿੱਚ, ਆਪਣੇ ਕਸਬਿਆਂ 'ਚ, ਆਪਣੇ ਜ਼ਿਲ੍ਹਿਆਂ 'ਚ। ਸਾਨੂੰ ਰਾਜ ਸੱਤਾ ਦਾ ਆਪਣੇ ਆਪ ਮਿਲ ਜੂਗੀ ਜਦੋਂ ਖੁਦਮੁਖਤਿਆਰ ਅਸੀਂ ਆਪਣੇ ਆਪ 'ਚ ਹੋਗੇ। ਉਹ ਖੁਦਮੁਖਤਿਆਰੀ ਕਿਵੇਂ ਆਉਣੀ ਆ? ਉਹ ਆਉਣੀ ਆ ਸਾਨੂੰ ਗੁਰੂ ਆਸ਼ਰਮ ਮੁਤਾਬਕ, ਗੁਰਮਤ ਮੁਤਾਬਕ, ਗੁਰੂ ਇਤਿਹਾਸ ਦੇ ਮੁਤਾਬਕ। ਤੁਹਾਡੇ ਕਹਿਣ ਤੋਂ ਭਾਵ ਇਹ ਸੀ ਕਿ ਜਿਸ ਤਰੀਕੇ ਦੇ ਨਾਲ ਆਪਾਂ ਬੀਬੀ ਫੂਲਨ ਦੇਵੀ ਕਹਿ ਦਿੰਦੇ, ਆਪਾਂ ਡਾਕੂ ਸ਼ਬਦ ਵੀ ਇੱਥੇ ਨਹੀਂ ਵਰਤਦੇ, ਭੈਣ ਫੂਲਨ ਦੇਵੀ ਕਹਿ ਲਈਏ, ਕਿਉਂਕਿ ਉਸ ਭੈਣ ਦੇ ਨਾਲ ਧੱਕਾ ਹੋਇਆ। ਧੱਕਾ ਹੋਣ ਤੋਂ ਬਾਅਦ ਉਹਨੇ ਆਪਣਾ ਬਦਲਾ ਲਿਆ ਆ ਸਵੈਮਾਨ ਦੀ ਖਾਤਰ। ਉਹ ਕਹਿੰਦੀ ਕਿ ਮੇਰਾ ਸਵੈਮਾਨ ਤੁਸੀਂ ਡੋਬਣ ਦਾ ਯਤਨ ਕੀਤਾ ਆ, ਮੈਂ ਕਸੂਰਵਾਰ ਨਹੀਂ ਸੀ ਕਿਉਂਕਿ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਸੀ, ਤੁਸੀਂ ਮੇਰੇ ਨਾਲ ਧੱਕਾ ਕੀਤਾ, ਮਜ਼ਲੂਮ ਨਾਲ ਧੱਕਾ ਕੀਤਾ, ਅੱਜ ਮੈਂ ਪਾਵਰ ਦੇ ਵਿੱਚ ਆਈ ਹਾਂ, ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਖਤਮ ਕਰ ਦਿਆਂਗੀ। ਉਹ ਸਾਰਾ ਕੁਝ ਹੋਇਆ ਜੀ। ਉਸ ਤੋਂ ਬਾਅਦ ਤੁਸੀਂ ਇੱਕ ਐਗਜ਼ਾਮਪਲ ਬੜੀ ਪਿਆਰੀ ਦਿੱਤੀ। ਜੇ ਗੱਲ ਕਰੀਏ ਚੱਬੇ ਦੀ ਧਰਤੀ ਦੇ ਉੱਪਰ ਸਾਡੇ ਚੁਣੇ ਗਏ ਜਥੇਦਾਰ ਜੀ, ਲੱਖਾਂ ਦਾ ਇਕੱਠ ਹੈ, ਉਹਦੇ ਵਿੱਚੋਂ ਆਵਾਜ਼ ਆਉਂਦੀ ਹੈ, ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਚੁਣਿਆ ਜਾਂਦਾ ਹੈ। ਚੁਣੇ ਜਾਣ ਤੋਂ ਬਾਅਦ ਉਹ ਅੱਜ ਵੀ ਜੇਲ੍ਹ ਦੇ ਵਿੱਚ ਨੇ। ਤੁਹਾਡੇ ਕਹਿਣ ਤੋਂ ਭਾਵ ਇਹ ਹੈ ਕਿ ਜਿਨ੍ਹਾਂ ਤੇ ਦੋਸ਼ ਅਜੇ ਪੂਰਨ ਰੂਪ ਦੇ ਵਿੱਚ ਸਿੱਧੇ ਸਾਖਸ਼ਾਤ ਸਾਬਤ ਵੀ ਨਹੀਂ ਹੋਏ ਤੇ ਵੀ ਉਹਨਾਂ ਨੂੰ ਬਾਹਰ ਲਿਆਉਣਾ ਬੜਾ ਆਸਾਨ ਹੋ ਜਾਵੇਗਾ ਜੇ ਤੁਹਾਡੀ ਖੁਦ ਮੁਖਤਿਆਰੀ ਹੋਵੇਗੀ ਤੇ ਤੁਸੀਂ ਸੱਤਾ ਦੇ ਵਿੱਚ ਹੋਵੋਗੇ। ਬਿਲਕੁਲ ਵੀਰ ਜੀ, ਇਹ ਬਿਲਕੁਲ ਸਹੀ ਗੱਲ ਹੈ। ਔਰ ਇਹਦੇ ਲਈ ਖੁਦ ਮੁਖਤਿਆਰੀ, ਔਰ ਅਸਲ ਵਿੱਚ ਜੋ ਮੈਨੂੰ ਮਹਿਸੂਸ ਹੋ ਰਿਹਾ, ਕਿਉਂਕਿ ਸੱਤਾ ਹਾਸਲ ਕਰਨ ਦੇ ਲਈ ਸਾਡਾ ਜਿਹੜਾ ਚਰਿੱਤਰ ਆ, ਸਾਡਾ ਕਰੈਕਟਰ ਆ, ਕਿਉਂਕਿ ਸੱਤਾ ਤਾਂ ਪਿਛਲੇ 1947 ਤੋਂ ਬਾਅਦ ਜਦੋਂ ਦੇਸ਼ ਆਜ਼ਾਦ ਹੋਇਆ, ਅੱਜ ਅਸੀਂ 1 ਨਵੰਬਰ ਨੂੰ ਪੰਜਾਬ ਦਿਵਸ ਮਨਾ ਰਹੇ ਹਾਂ, ਪੰਜਾਬ ਦਾ ਗਠਨ ਹੋਇਆ, ਪੰਜਾਬ ਦੇ ਵਿੱਚੋਂ ਹਰਿਆਣਾ ਤੇ ਹਿਮਾਚਲ ਕੱਢ ਲਿਆ ਗਿਆ ਤੇ ਛੋਟਾ ਜਿਹਾ ਸੂਬਾ ਸਾਨੂੰ ਸੌਂਪ ਦਿੱਤਾ ਗਿਆ। ਸਾਡੇ ਮੁੱਖ ਮੰਤਰੀ ਅੱਜ ਤੱਕ ਸਿੱਖ ਚਿਹਰੇ ਮੋਹਰਿਆਂ ਵਾਲੇ ਬਣ ਰਹੇ ਨੇ। ਸੱਤਾ ਸਿੱਖਾਂ ਦੇ ਹੱਥ ਆ ਜਾਵੇ, ਉਹ ਸਿੱਖਾਂ ਦੀ ਸੋਚ ਕਿਹੋ ਜਿਹੀ ਆ ਸਾਨੂੰ ਉਹ ਵੀ ਦੇਖਣਾ ਪਏਗਾ। ਹਾਂ, ਕਿਉਂਕਿ ਇਕੱਲਾ ਇਹ ਨਹੀਂ ਹੈ ਕਿ ਪੱਗ ਹੈ। ਹਾਂਜੀ, ਸਿੱਖ ਕਾਂਗਰਸ ਦੇ ਸੋਚ ਕਿਹੜੀ ਹੈ? ਸਿੱਖ ਮੁੱਖ ਮੰਤਰੀ ਕਾਂਗਰਸ ਵੱਲੋਂ ਵੀ ਬਣੇ ਨੇ, ਸਿੱਖ ਮੁੱਖ ਮੰਤਰੀ ਅਕਾਲੀ ਦਲ ਬਾਦਲ ਵੱਲੋਂ ਵੀ ਬਣੇ ਨੇ, ਪਰ ਉਹਨਾਂ ਨੇ ਗੁਰਮਤ ਸਿਧਾਂਤ ਨੂੰ ਕਿੰਨਾ ਕੁ ਅੱਗੇ ਲੈ ਕੇ ਗਏ ਨੇ ਇਹ ਦੱਸਣ ਦੀ ਲੋੜ ਨਹੀਂ। ਕਿਉਂਕਿ ਅੱਜ ਜਿਹੜੇ ਸਾਡੇ ਹਾਲਾਤ ਨੇ, ਇੱਕ ਬੜੀ ਦੁਖਦਾਈ ਘਟਨਾ ਪਿਛਲੇ ਹਫ਼ਤੇ ਹੋ ਕੇ ਹਟੀ ਆ, ਚਰਿੱਤਰ ਘਾਣ ਜਿਹੜਾ ਸਾਡਾ ਕੀਤਾ ਗਿਆ। ਮਤਲਬ ਸਾਡਾ ਚਰਿੱਤਰ, ਇੱਕ ਗੁਰਦਾਸਪੁਰ ਦੀ ਘਟਨਾ, ਇੱਕ 6 ਸਾਲ ਦੀ ਬੱਚੀ ਨੂੰ ਇੱਕ 15-18 ਸਾਲ ਦੇ ਨੌਜਵਾਨ ਨੇ, ਜਿਹੜੀ ਕਿ ਉਹਦੇ ਖੇਤਾਂ ਵਿੱਚ ਮਜ਼ਦੂਰ ਦੀ ਬੇਟੀ ਸੀ, ਉਹਨੂੰ ਉਹ ਕੁਝ ਬਹਾਨੇ ਨਾਲ ਲਾਲਚ ਦੇ ਕੇ ਆਪਦੇ ਘਰੇ ਲੈ ਗਿਆ ਤੇ ਉਹਦੇ ਨਾਲ ਬਲਾਤਕਾਰ ਕੀਤਾ। ਬਲਾਤਕਾਰ ਕਰਨ ਤੋਂ ਬਾਅਦ ਉਹਨੂੰ ਅੱਗ ਲਾ ਕੇ ਸਾੜ ਦਿੱਤਾ, ਜਿਉਂਦੀ ਬੱਚੀ ਨੂੰ, 6 ਸਾਲ ਦੀ ਬੱਚੀ ਨੂੰ। ਇਹ ਘਟਨਾ ਪੰਜਾਬ 'ਚ ਹੋਈ ਆ, ਸਾਡੇ ਇੱਥੇ ਹੋਈ ਆ, ਔਰ ਦੁੱਖ ਦੀ ਗੱਲ ਇਹ ਆ ਕਿ ਉਹ ਦੋਨੇ ਵੀ ਚਿਹਰੇ ਮੋਹਰੇ ਤੋਂ ਸਿੱਖ ਨੇ। ਔਰ ਸਾਡੇ ਵਿਰੋਧੀ ਤਾਕਤਾਂ ਨੇ ਇੰਨਾ ਜ਼ਿਆਦਾ ਕੂੜ ਪ੍ਰਚਾਰ ਕੀਤਾ ਇਸ ਗੱਲ ਦਾ। ਆ ਦੇਖ ਲਓ ਸਿੱਖਾਂ ਦੇ ਹਾਲ, ਆ ਦੇਖ ਲਓ ਜੱਟਾਂ ਦੇ ਹਾਲ, ਜਾਂ ਸੋ ਕਾਲਡ ਅਖੌਤੀ ਜਾਤ ਦਾ ਉਹਨਾਂ ਨੇ ਬਾਰ-ਬਾਰ ਨਾਮ ਲਿਆ, ਜਦ ਕਿ ਬਾਅਦ ਵਿੱਚ ਪਤਾ ਲੱਗਿਆ ਉਹ ਇਸ ਜਾਤ ਦੇ ਨਹੀਂ ਸੀ ਜਿਹਦਾ ਉਹ ਨਾਮ ਲੈ ਰਹੇ ਸੀ। ਉਸ ਤੋਂ ਇਲਾਵਾ ਇਸ ਘਟਨਾ ਨੂੰ ਉਹਨਾਂ ਨੇ ਹਾਥਰਸ ਵਾਲੀ ਘਟਨਾ ਦੇ ਨਾਲ ਜੋੜ ਕੇ ਇਹਦਾ ਬਹੁਤ ਜ਼ਿਆਦਾ ਪ੍ਰਚਾਰ ਕੀਤਾ। ਹਾਥਰਸ ਯੂਪੀ ਦੇ ਵਿੱਚ ਇੱਕ ਘਟਨਾ ਹੋਈ ਆ, ਉਹ ਵੀ ਪਿਛਲੇ ਮਹੀਨੇ ਹੀ ਹੋਈ ਆ, ਜਿਹਦੇ ਵਿੱਚ ਇੱਕ ਲੜਕੀ ਨਾਲ ਰੇਪ ਕਰਕੇ ਉਹਨੂੰ ਵੀ ਇਦਾਂ ਹੀ ਬਹੁਤ ਬੁਰੇ ਤਰੀਕੇ ਨਾਲ ਮਾਰਿਆ ਗਿਆ। ਪਰ ਹੋਇਆ ਕੀ ਆ, ਜਦੋਂ ਹਾਥਰਸ ਦੀ ਘਟਨਾ ਹੁੰਦੀ ਆ, ਉਸ ਮੌਕੇ ਜਦੋਂ ਉਹਦਾ ਵਿਰੋਧ ਹੋ ਰਿਹਾ ਤਾਂ ਉਹ ਪਿੰਡ ਨੂੰ ਸੀਲ ਕਰ ਲਿੱਤਾ ਜਾਂਦਾ। ਉਸ ਬੱਚੀ ਦਾ ਜਿਹਦਾ ਮਰਡਰ ਹੋਇਆ, ਉਸ ਬੱਚੀ ਨੂੰ ਰਾਤ ਨੂੰ 1:30-2 ਵਜੇ ਦੇ ਕਰੀਬ ਉਹਦਾ ਸੰਸਕਾਰ ਕੀਤਾ ਜਾਂਦਾ, ਔਰ ਉਹਦੇ ਮਾਂ-ਬਾਪ ਨੂੰ ਘਰੇ ਨਜ਼ਰ ਬੰਦ ਕਰਕੇ ਪੁਲਿਸ ਉਹਦਾ ਸੰਸਕਾਰ ਕਰ ਰਹੀ ਆ। ਸੱਤਾ, ਬੀਜੇਪੀ ਦੀ ਸੱਤਾ, ਆਦਿੱਤਿਆ ਜੋਗੀ ਦੀ ਦਾ ਰਾਜ ਆ, ਮੁੱਖ ਮੰਤਰੀ ਦਾ। ਔਰ ਠਾਕੁਰਾਂ ਦੇ ਮੁੰਡੇ ਸੀ ਜਿਨ੍ਹਾਂ ਨੇ ਉਹ ਬਲਾਤਕਾਰ ਕੀਤਾ। ਠਾਕੁਰ ਮੁੱਖ ਮੰਤਰੀ ਜੋਗੀ ਆਦਿੱਤਿਆ ਨਾਥ ਆ, ਔਰ ਠਾਕੁਰਾਂ ਨੇ ਪੰਚਾਇਤ ਕਰਕੇ 12 ਪਿੰਡਾਂ ਦੀ ਪੰਚਾਇਤ ਹੋਈ ਆ, ਜਿਹੜੇ ਕਹਿੰਦੇ ਕਿ ਸਾਡੇ ਮੁੰਡੇ 4 ਨਿਰਦੋਸ਼ ਨੇ। ਮਤਲਬ ਇੰਨੀ ਘਿਨਾਉਣੀ ਹਰਕਤ ਕਰਕੇ ਵੀ ਉਹ ਬੱਚੇ ਨਿਰਦੋਸ਼ ਨੇ ਸਾਡੇ, ਕਿਉਂਕਿ ਉਹ ਸਾਡੇ ਠਾਕੁਰਾਂ 'ਚੋਂ ਸੀ। ਪਰ ਮੈਂ ਇਹ ਸੁਨੇਹਾ ਦੇਣਾ ਚਾਹੁੰਦਾ ਉਹਨਾਂ ਮੰਦਬੁੱਧੀ ਲੋਕਾਂ ਨੂੰ ਕਿ ਹਾਥਰਸ ਦੀ ਘਟਨਾ ਤੇ ਪੰਜਾਬ ਦੀ ਘਟਨਾ ਨੂੰ ਇੱਕੋ ਜਿਹੀਆਂ ਕਰਕੇ ਨਾ ਦੇਖੋ। ਜ਼ਮੀਨ ਅਸਮਾਨ ਦਾ ਫਰਕ ਆ। ਹਾਥਰਸ ਦੀ ਘਟਨਾ ਦੇ ਵਿੱਚ ਸਾਰੇ ਠਾਕੁਰ ਖੜੇ ਨੇ ਉਹਨਾਂ ਦੇ ਹੱਕ ਵਿੱਚ, ਪੰਜਾਬ ਦੀ ਘਟਨਾ ਦੇ ਵਿੱਚ ਸਾਰੇ ਵਿਰੋਧ ਨੇ ਜੀ। ਉਸ ਪਿੰਡ ਦੇ ਵਿੱਚ ਵੀ, ਉਸ ਇਲਾਕੇ ਵਿੱਚ, ਪੂਰੇ ਪੰਜਾਬ 'ਚ ਪੂਰੀ ਦੁਨੀਆ ਦੇ ਸਿੱਖਾਂ ਨੇ ਥੂ ਕੀਤੀ ਆ। ਇਸ ਮਸਲੇ ਨੂੰ ਕੌਮ ਨਾਲ ਨਾ ਜੋੜਿਆ ਜਾਵੇ। ਹਾਂ, ਜਿਹੜੀ ਗੱਲ ਮੈਂ ਕਰ ਰਿਹਾ
ਚਰਿੱਤਰ ਕਹਾਣ, ਇਹ ਚਰਿੱਤਰ ਕਹਾਣ ਸਾਡੀ ਨੌਜਵਾਨੀ ਦਾ, ਸਾਡੇ ਨੌਜਵਾਨ ਮੁੰਡਿਆਂ ਦਾ, ਸਾਡੀਆਂ ਨੌਜਵਾਨ ਕੁੜੀਆਂ ਦਾ ਚਰਿੱਤਰ ਕਹਾਣ ਰਾਜ ਸੱਤਾ ਵਾਲੇ ਪੂਰੀ ਗਿਣੀ ਮਿਥੀ ਸਾਜ਼ਿਸ਼ ਨਾਲ ਕਰ ਰਹੇ ਨੇ। ਔਰ ਇਹ ਚਰਿੱਤਰ ਕਹਾਣ ਹੀ ਅੱਜ ਆਪਾਂ ਕਹਿ ਦਿੰਦੇ ਆ, ਪੰਜਾਬ ਦੇ ਵਿੱਚ ਇਹ ਗੱਲਾਂ ਹੋ ਰਹੀਆਂ ਨੇ ਕਿ ਅਖੌਤੀ ਉੱਚ ਜਾਤੀ ਵਾਲੇ ਜਿਹੜੇ ਨੇ ਉਹ ਨੀਵੀਂ ਜਾਤ ਵਾਲੀਆਂ ਔਰਤਾਂ ਨਾਲ, ਲੜਕੀਆਂ ਨਾਲ ਛੇੜਛਾੜ ਕਰਦੇ ਨੇ, ਬਲਾਤਕਾਰ ਕਰਦੇ ਨੇ। ਪਰ ਵੀਰ ਜੀ, ਮੈਂ ਵਿਚਰਦੇ ਹਾਂ ਸਮਾਜ ਦੇ ਵਿੱਚ, ਹੋਰ ਵੀ ਆਲੇ ਦੁਆਲੇ ਆਪਾਂ ਦੇਖਦੇ ਹਾਂ, ਪਿੰਡਾਂ, ਸ਼ਹਿਰਾਂ, ਮੁਹੱਲਿਆਂ, ਕਸਬਿਆਂ ਦੇ ਵਿੱਚ ਥਾਂ ਥਾਂ ਤੇ, ਮੋੜਾਂ ਤੇ, ਗਲੀਆਂ ਤੇ, ਨੁੱਕਰਾਂ ਤੇ ਨੌਜਵਾਨ ਮੁੰਡੇ ਖੜੇ ਨੇ। ਉੱਥੋਂ ਕਿਸੇ ਦੀ ਵੀ ਧੀ ਭੈਣ ਕੋਈ ਨਿਕਲ ਜਾਵੇ, ਉਹ ਬਿਨਾਂ ਟੀਚਰ ਕੀਤਿਆਂ ਜਾਣ ਨਹੀਂ ਦਿੰਦੇ। ਪੰਜਾਬ ਦੇ ਵਿੱਚ ਮੈਕਸਿਮਮ ਇਲਾਕਿਆਂ ਦਾ, ਬਹੁਤੇ ਇਲਾਕਿਆਂ ਦਾ ਇਹ ਹਾਲ ਆ। ਕੋਈ ਆ ਕਿ 100 ਵਿੱਚੋਂ 2, 4, 10 ਪਰਿਵਾਰ ਹੋਣ ਜਿਨ੍ਹਾਂ ਨੇ ਆਪਣੇ ਨੌਜਵਾਨ ਬੱਚਿਆਂ ਨੂੰ, ਮੁੰਡਿਆਂ ਨੂੰ ਸਾਂਭਿਆ ਹੋਇਆ ਕਿ ਭਰਾ ਬੱਚੇ ਦੂਸਰੀ ਪਰਾਈ ਧੀ ਭੈਣ ਵੀ ਆਪਣੀ ਕਰਕੇ ਜਾਣ। ਉਹ ਗੁਰੂ ਆਸ਼ੇ ਮੁਤਾਬਕ ਉਹ ਸਮਝਾ ਰਹੇ ਨੇ। ਪਰ 90% ਅਸੀਂ ਆਪਣੇ ਬੱਚਿਆਂ ਨੂੰ ਗੁਰਮਤ ਜੀਵਨ ਤੋਂ ਦੂਰ ਕਰ ਰਹੇ ਹਾਂ। ਗੁਰਮਤ ਜੀਵਨ ਦਿੱਤਾ ਹੋਵੇ ਤਾਂ ਉਹ ਇਹੋ ਜਿਹੀ ਹਰਕਤ ਕਿਉਂ ਘਟਨਾਵਾਂ ਵੀ ਨਾ ਵਾਪਰਨ। ਤੇ ਯੂਪੀ ਤੇ ਜਿਹੜੇ ਇੱਥੋਂ ਦਾ ਤੁਸੀਂ ਇੱਕ ਚੀਜ਼ ਦਿੱਤੀ ਹੈ ਵੀ ਯੂਪੀ 12 ਪਿੰਡਾਂ ਦੀ ਪੰਚਾਇਤ ਨਾਲ ਖੜ ਗਈ, ਇੱਥੇ 12 ਪਿੰਡਾਂ ਦੀ ਪੰਚਾਇਤ ਛੱਡੋ, 12 ਉਹਨਾਂ ਦੇ ਪਰਿਵਾਰ ਦੇ ਜੀ ਵੀ ਨਾਲ ਦੀ ਖੜੇ, ਉਹਨਾਂ ਦੇ ਜੀ ਵੀ ਨਾਲ ਨਹੀਂ ਖੜੇ। ਇੱਥੋਂ ਆਪਾਂ ਇੱਕ ਅੰਦਾਜ਼ਾ ਲਾ ਸਕਦੇ ਹਾਂ ਵੀ ਕਿਸੇ ਵੀ ਮੂਰਖ ਮੰਦ ਬੁੱਧੀ ਬੰਦੇ ਵੱਲੋਂ ਇਹ ਮੈਨੂੰ ਤਾਂ ਸਮਝ ਨਹੀਂ ਆ ਰਹੀ ਵੀ ਸ਼ਬਦ ਕੀ ਵਰਤਾਂ, ਥੱਲੇ ਤੋਂ ਥੱਲੇ ਦਰਜੇ ਦਾ ਵੀ ਸ਼ਬਦ ਵਰਤਿਆ ਜਾਵੇ ਤਾਂ ਉਹ ਵੀ ਥੋੜਾ ਹੋਇਆ। ਪਰ ਦੂਜੇ ਪਾਸੇ ਮੈਂ ਦੇਖ ਰਿਹਾ ਸਾਂ ਕਿ ਬਹੁਤਾਤ ਜਿਹੜੇ ਸਿਆਣੇ ਤੇ ਸੁਲਝੇ ਹੋਏ ਲੋਕ ਨੇ, ਉਹਨਾਂ ਨੇ ਪੋਸਟ ਬੜੀ ਅੱਛੀ ਪਾਈ ਸੀ, ਜਿਨ੍ਹਾਂ ਦੇ ਵਿੱਚੋਂ ਕੁਝ ਅੰਮ੍ਰਿਤਸਰ ਤੋਂ ਵੀਰ ਵੀ ਨੇ। ਉਹ ਕਹਿੰਦੇ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਨੂੰ ਸਾਨੂੰ ਇੱਕ ਸਮੇਂ ਜਜ਼ਬਾਤੀ ਹੋ ਕੇ ਨਾ ਵੇਖਿਆ ਜਾਵੇ, ਇਹ ਵੇਖਿਆ ਜਾਵੇ ਵੀ ਉਸ ਬੰਦੇ ਦੇ ਨਾਲ ਖੜਿਆ ਕੌਣ ਹੈ। ਕੋਈ ਵੀ ਨਹੀਂ ਖੜਿਆ। ਸੋ ਇਸ ਕਰਕੇ ਸਾਨੂੰ ਉਹ ਵੀ ਪੱਖ ਨਾਲ ਲੈ ਕੇ ਚੱਲਣਾ ਚਾਹੀਦਾ ਹੈ ਵੀ ਪੰਜਾਬ ਦੀ ਧਰਤੀ ਤੇ ਗੁਰੂਆਂ ਦੀ ਵਿਚਾਰਧਾਰਾ ਜਿਹੜੀ ਹੈ ਉਹ ਕਿਤੇ ਨਾ ਕਿਤੇ ਵਰਕ ਕਰਦੀ ਪਈ ਹੈ। ਜਿਵੇਂ ਤੁਸੀਂ ਗੱਲ ਕਰਦੇ ਸੀ ਸੱਤਾ ਦੀ, ਬੀਜੇਪੀ ਸੈਕੰਡ ਟਾਈਮ ਆਈ ਹੈ, ਜੁੱਤੀ ਦੇ ਜ਼ੋਰ ਤੇ ਅਗਲੇ ਨੇ ਆਪਣੀਆਂ ਬੜੀਆਂ ਚੀਜ਼ਾਂ ਮਨਵਾਈਆਂ ਨੇ ਔਰ ਕੀਤੀਆਂ ਨੇ ਸ਼ਰੇਆਮ। ਮੈਂ ਯੋਗੀ ਆਦਿੱਤਿਆਨਾਥ ਦਾ ਇੱਕ ਬਿਆਨ ਸੁਣ ਰਿਹਾ ਸਾਂ ਜਿਹਦੇ ਵਿੱਚ ਕਹਿੰਦੇ ਕਿ ਜਦੋਂ ਰਾਮ ਮੰਦਿਰ ਵਾਲਾ ਮਾਮਲਾ ਬਣਿਆ ਸੀ, ਕਹਿੰਦੇ ਮੈਨੂੰ ਬੜਿਆਂ ਨੇ ਕਿਹਾ ਵੀ ਇੱਥੇ ਆਹ ਕੁਝ ਹੋ ਜਾਣਾ, ਆਹ ਕੁਝ ਹੋ ਜਾਣਾ। ਕਹਿੰਦਾ ਮੈਂ ਕਿਹਾ ਕੁੱਤਾ ਨਹੀਂ ਮਰਨ ਵਾਲਾ, ਉਹਨੇ ਵਰਡਿੰਗ ਸੀ, ਚੈਲੰਜ ਸੀ ਉਹਦਾ। ਕਹਿੰਦਾ ਮੈਂ ਕਿਹਾ ਕੁੱਤਾ ਨਹੀਂ ਮਰਨ ਵਾਲਾ, ਪਰਵਾਹ ਨਾ ਕਰਿਆ ਜੇ, ਕੋਈ ਗੱਲ ਨਹੀਂ, ਹੋ ਜਾਣਾ। ਇਹ ਕਿਤੇ ਨਾ ਕਿਤੇ ਸੱਤਾ ਹੁੰਦੀ ਹੈ ਤਾਂ ਇਹੋ ਜਿਹੇ ਬਿਆਨ ਹੁੰਦੇ ਨੇ। ਜਦੋਂ ਸੱਤਾ ਵਿੱਚ ਬੰਦਾ ਨਹੀਂ ਹੁੰਦਾ ਉਦੋਂ ਕੀ ਜ਼ਰੂਰਤ ਹੁੰਦੀ ਵੀ ਇਹੋ ਜਿਹੇ ਬਿਆਨ ਦੇ ਦੇਵੇ। ਸੱਤਾਧਾਰੀ ਦੇ ਕੋਲ ਸਾਰੇ ਸਾਧਨ ਹੁੰਦੇ ਆ ਆਪਣੀ ਗੱਲ ਭਗਾਉਣ ਦੇ। ਤੁਹਾਨੂੰ ਲੱਗਦਾ ਹੈ ਕਿ ਜੇ ਕਿਤੇ ਅਸੀਂ ਆਪਣੇ ਸਿੱਖ ਭਰਾਵਾਂ ਨੇ ਸੱਤਾ ਵਾਲੇ ਪਾਸੇ ਧਿਆਨ ਨਾ ਦਿੱਤਾ, ਕਿਉਂਕਿ ਅੱਜ ਪਤਾ ਕੀ ਹੁੰਦਾ ਹੈ, ਜੇ ਮੇਰੇ ਵਰਗਾ ਕੋਈ ਬੁਲਾਰਾ ਜਾਂ ਤੁਹਾਡੇ ਵਰਗਾ ਕੋਈ ਵੀਰ ਅੱਗੇ ਆਉਂਦਾ, ਪਤਾ ਕੀ ਕਹਿੰਦੇ ਨੇ, ਉਹ ਯਾਰ ਤੁਸੀਂ ਕੀ ਲੈਣਾ ਹੈ ਸੱਤਾ ਤੋਂ, ਰਾਜਨੀਤੀ ਤੋਂ ਕੀ ਲੈਣਾ, ਗੰਦ ਹੀ ਹੈ ਨਾ ਨਿਰਾ। ਆਮ ਕਰਕੇ ਇਹ ਕਹਿ ਕੇ ਮੋੜ ਦਿੱਤਾ ਜਾਂਦਾ, ਵਾਪਸ ਕਰ ਦਿੱਤਾ ਜਾਂਦਾ ਵੀ ਤੁਸੀਂ ਇਸ ਗੰਦ ਤੋਂ ਕੀ ਲੈਣਾ। ਮੈਂ ਕਈ ਵਾਰੀ ਕਹਿਣਾ ਵੀ ਚੰਗੇ ਬੰਦੇ ਆਉਣਗੇ ਘੱਟੋ ਘੱਟ ਗੰਦ ਤੇ ਚੁਗਣਗੇ ਨਾ। ਜੇ ਤੁਸੀਂ ਖੁਦ ਮੰਨਦੇ ਹੋ ਵੀ ਗੰਦ ਬਹੁਤ ਜ਼ਿਆਦਾ ਪੈ ਚੁੱਕਾ ਹੈ ਤੇ ਫਿਰ ਗੰਦ ਕੱਢਣ ਵਾਲੇ ਵਿੱਚ ਵਾੜੋ ਨਾ, ਜਿਹੜੇ ਇਸ ਤਰੀਕੇ ਦਾ ਗੰਦ ਕੱਢ ਸਕਣ। ਤੁਹਾਨੂੰ ਕੀ ਲੱਗਦਾ ਪਿਆ ਵੀ ਸਾਡੇ ਸਿੱਖ ਸਮਾਜ ਦੇ ਅੰਦਰ ਜੇ ਸੱਤਾ ਦੇ ਅੰਦਰ ਕੱਲੀ, ਉੱਤੇ ਮੈਂ ਪੱਗ ਦੀ ਗੱਲ ਨਹੀਂ ਕਰਾਂਗਾ, ਸਿੱਖੀ ਸੋਚ ਵਾਲੇ ਬੰਦੇ ਆ ਜਾਣ ਤੇ ਫਿਰ ਸਾਡਾ ਕਿੰਨਾ ਕੁ ਸੁਧਾਰ ਹੋ ਸਕਦਾ ਹੈ। ਬਿਲਕੁਲ ਵੀਰ ਜੀ, ਆ ਪਿਛਲੇ 1.5-2 ਮਹੀਨੇ ਦੇ ਅੰਦੋਲਨ ਨੇ, ਸੰਘਰਸ਼ ਨੇ, ਇਹ ਸੱਤਾਧਾਰੀ ਧਿਰ ਤੇ ਵਿਰੋਧੀ ਤਾਕਤਾਂ ਦੀਆਂ ਅੱਖਾਂ ਖੋਲ ਦਿੱਤੀਆਂ ਨੇ, ਉਹਨਾਂ ਨੂੰ ਦੁਬਾਰਾ ਚੁਕੰਨੇ ਕਰ ਦਿੱਤਾ। ਉਹ ਕਾਰਨ ਮੈਂ ਦੱਸਦਾ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿਹੜੀ ਮਿੱਥ ਪਾ ਦਿੱਤੀ ਗਈ ਸੀ ਕਿ ਪੰਜਾਬ ਦੀ ਨੌਜਵਾਨੀ ਤਾਂ 70% 75% ਨਸ਼ਿਆਂ ਦੇ ਵਿੱਚ ਗਲਤਾਨ ਹੋ ਚੁੱਕੀ ਆ, ਇਹ ਖਤਮ ਹੋ ਚੁੱਕੇ ਨੇ, ਇਹ ਬਾਹਰ ਨੂੰ ਵਿਦੇਸ਼ਾਂ ਨੂੰ ਜਾ ਰਹੇ ਨੇ, ਇੱਥੇ ਕੁਝ ਨਹੀਂ ਰੱਖਿਆ, ਪੰਜਾਬ ਹੁਣ ਖਤਮ ਆ। ਇਸ ਅੰਦੋਲਨ ਨਾਲ ਇਹ ਸਿੱਧ ਹੋ ਗਿਆ, ਜਿਵੇਂ ਆਪਾਂ ਇਸ ਘਟਨਾ ਨੂੰ ਜਿਹੜੀ ਬੱਚੀ ਨਾਲ ਰੇਪ ਹੋਇਆ ਤੇ ਉਧਰਲੀ ਘਟਨਾ ਨੂੰ ਆਪਾਂ ਚਰਿੱਤਰ ਕਹਾਣ ਦੀ ਗੱਲ ਕਰ ਰਹੇ ਹਾਂ, ਪਰ ਉਹ ਚਰਿੱਤਰ ਕਹਾਣ 100% ਕਰਨ 'ਚ ਕਾਮਯਾਬ ਨਹੀਂ ਹੋਏ ਵਿਰੋਧੀ। ਇਹ ਸਿੱਧ ਹੁੰਦਾ ਇਸ ਘਟਨਾ ਤੋਂ ਜਿਹਦੇ ਵਿੱਚ ਬਲਾਤਕਾਰੀਆਂ ਦਾ ਵਿਰੋਧ ਸਾਰਿਆਂ ਨੇ ਡਟ ਕੇ ਕੀਤਾ। ਇਹ ਸਿੱਧ ਹੁੰਦਾ ਇਸ ਗੱਲ ਤੋਂ ਕਿ ਆਹ ਸੰਘਰਸ਼ ਦੇ ਵਿੱਚ ਜਿੰਨੇ ਨੌਜਵਾਨ ਚਿਹਰੇ ਅੱਗੇ ਆ ਰਹੇ ਨੇ ਔਰ ਜਿੰਨੇ ਵਧੀਆ ਤਰੀਕੇ ਨਾਲ ਉਹ ਸਿੱਖ ਇਤਿਹਾਸ ਦੀ, ਪੰਜਾਬ ਦੇ ਇਤਿਹਾਸ ਦੀ, ਅਗਲੇ ਆਉਣ ਵਾਲੇ ਭਵਿੱਖ ਦੀ ਰਣਨੀਤੀ ਦੀ ਗੱਲ ਕਰ ਰਹੇ ਨੇ, ਇੱਥੋਂ ਸਿੱਧ ਹੁੰਦਾ ਕਿ ਪੰਜਾਬ ਦੇ ਵਿੱਚ ਕ੍ਰਾਂਤੀ ਆਉਣੀ ਆ। ਕ੍ਰਾਂਤੀ ਸ਼ੁਰੂ ਹੋ ਚੁੱਕੀ ਆ, ਸ਼ੁਰੂਆਤ ਹੋ ਚੁੱਕੀ ਆ। ਸੱਤਾ ਹੱਥ ਵਿੱਚ ਕਿਵੇਂ ਆਉਣੀ ਆ? ਸੱਤਾ ਇਹਨਾਂ ਨੌਜਵਾਨਾਂ ਨੇ ਲੈ ਕੇ ਆਉਣੀ ਆ। ਹਲੂਣਾ ਮਾਰਨ ਦੀ ਦੇਰ ਆ, ਥੋੜਾ ਜਿਹਾ ਹਲੂਣਾ ਹੋਰ ਮਾਰਨਾ ਪੈਣਾ ਕਿ ਅਸੀਂ ਆਪਦੇ ਗੁਰੂ ਇਤਿਹਾਸ ਨੂੰ ਸਾਹਮਣੇ ਰੱਖਦੇ ਹੋਏ ਆਪਣੇ ਨੌਜਵਾਨ ਬੇਟੇ ਬੇਟੀਆਂ ਦਾ, ਬੱਚੇ ਬੱਚੀਆਂ ਦਾ ਜਿਹੜਾ ਚਰਿੱਤਰ ਆ, ਉਹ ਚਰਿੱਤਰ ਨੂੰ ਦੁਬਾਰਾ, ਜਿਹਨੂੰ ਕਿ ਉਹ ਪਦਾਰਥਵਾਦੀ ਪਾਸੇ ਨੂੰ ਲੈ ਕੇ ਜਾ ਚੁੱਕੇ ਨੇ ਔਰ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਅਸ਼ਲੀਲਤਾ ਆ ਚੁੱਕੀ ਆ,
ਉਸ ਨੂੰ ਮੋੜਾ ਦੇ ਕੇ ਦੁਬਾਰਾ ਅਸੀਂ ਇਨਸਾਨੀ ਚਰਿੱਤਰ ਵੱਲ ਨੂੰ ਲੈ ਕੇ ਆਈਏ ਜੀ। ਜਾਨਵਰਾਂ ਵਾਲੇ ਚਰਿੱਤਰ ਤੋਂ ਵਾਪਸ ਉਹਨਾਂ ਨੂੰ ਇਨਸਾਨੀ ਚਰਿੱਤਰ ਵੱਲ ਲੈ ਕੇ ਆਈਏ। ਜਦੋਂ ਉਹਨਾਂ ਦੇ ਚਰਿੱਤਰ ਦਾ ਸੁਧਾਰ ਹੋ ਗਿਆ, ਜਦੋਂ ਗੁਰੂ ਆਸ਼ੇ ਮੁਤਾਬਕ ਉਹਨਾਂ ਦਾ ਜੀਵਨ ਹੋ ਗਿਆ, ਉਹਨਾਂ ਦਾ ਚਰਿੱਤਰ ਹੋ ਗਿਆ, ਸੱਤਾ ਜਿਹੜੀ ਮਰਜ਼ੀ ਪਾਰਟੀ ਦੀ ਆਵੇ ਉਹ ਮਨੁੱਖੀ ਹੱਕਾਂ ਦੇ ਹੱਕ ਦੇ ਵਿੱਚ ਹੀ ਭੁਗਤੇਗੀ, ਕਦੇ ਵੀ ਵਿਰੋਧ ਵਿੱਚ ਨਹੀਂ ਭੁਗਤੇਗੀ। ਸੱਤਾ ਵੋਟਾਂ ਪਾ ਕੇ ਲੈਣ ਦੀ ਬਜਾਏ ਖੁਦ ਮੁਖਤਿਆਰ ਹੋ ਕੇ ਜਿਹੜਾ ਸਮਾਜਿਕ ਲੈਵਲ ਦੇ ਉੱਤੇ ਸਾਡਾ ਚਰਿੱਤਰ ਆ ਉਹਦਾ ਵਿਕਾਸ ਸਭ ਤੋਂ ਜ਼ਰੂਰੀ ਆ, ਜੋ ਮੈਂ ਅੱਜ ਦੇ ਸਮੇਂ ਵਿੱਚ ਪੰਜਾਬ ਦੇ ਵਿੱਚ ਹਾਲਾਤ ਸਮਝਦਾ। ਦਰਸ਼ਕੋ, ਗੱਲ ਬੜੀ ਸੁੰਦਰ ਖੁਦ ਮੁਖਤਿਆਰੀ ਦੀ ਚੱਲੀ ਹੈ। ਖੁਦ ਮੁਖਤਿਆਰੀ ਦੇ ਵਿੱਚ ਬੜਾ ਕੁਝ ਆ ਜਾਂਦਾ ਹੈ। ਜੇ ਵਰਣਨ ਕਰਨ ਲੱਗ ਪਈਏ ਤੇ ਸਮਾਂ ਬਹੁਤ ਜ਼ਿਆਦਾ ਸੁਤੰਤਰ ਚਾਹੀਦਾ ਹੈ। ਪਰ ਗੱਲਬਾਤ ਵੀਰ ਜੀ ਨੇ ਕੀਤੀ ਸੀ ਵੀ ਸਾਨੂੰ ਸ਼ੁਰੂਆਤ ਆਪਣੇ ਘਰਾਂ ਪਰਿਵਾਰਾਂ ਦੇ ਵਿੱਚੋਂ ਕਰੀਏ। ਸੱਤਾ ਤੱਕ ਆਪੜਨ ਦੇ ਲਈ ਸਾਨੂੰ ਆਪਣੇ ਆਪ ਦੇ ਵਿੱਚੋਂ ਨਿਖਾਰ ਬਚਪਨ ਤੋਂ ਲਿਆਉਣਾ ਪੈਣਾ ਹੈ। ਸਭ ਤੋਂ ਪਹਿਲੀ ਗੱਲ ਤੇ ਸਾਡਾ ਇਹ ਸੱਤਾ ਵਿੱਚ ਆਉਣ ਤੋਂ ਪਹਿਲਾਂ ਨਿਸ਼ਾਨੇ ਮਿੱਥੇ ਜਾਣੇ ਚਾਹੀਦੇ ਨੇ। ਮੈਂ ਸੱਤਾ ਵਿੱਚ ਕਿਉਂ ਆ ਰਿਹਾ ਹਾਂ, ਮੈਂ ਆ ਕੇ ਕਰਨਾ ਕੀ ਚਾਹੁੰਦਾ ਹਾਂ, ਕੀ ਇਸ ਤੋਂ ਪਹਿਲਾਂ ਕੀ ਐਸਾ ਨਹੀਂ ਹੋਇਆ ਜੋ ਮੈਂ ਕਰਨਾ ਚਾਹ ਰਿਹਾ ਹਾਂ। ਅਨੇਕ ਉਹਦੇ ਵਿੱਚ ਐਸੀਆਂ ਚੀਜ਼ਾਂ ਨੇ। ਸੋ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਇੱਥੇ ਇੱਕ ਗੱਲ ਤੁਹਾਡੇ ਨਾਲ ਬੜੀ ਪਿਆਰੀ ਸਾਂਝੀ ਕਰਨੀ ਚਾਹੁੰਦਾ ਹਾਂ। ਅਸੀਂ ਕਈ ਵਾਰੀ ਗੱਲ ਪਾਰਟੀ ਦੀ ਕਰਦੇ ਹਾਂ। ਮੈਂ ਕਹਿੰਦਾ ਹੁੰਦਾ ਪਾਰਟੀ ਦੀ ਗੱਲ ਨਹੀਂ, ਕੈਂਡੀਡੇਟ ਦੀ ਗੱਲ ਕਰੋ। ਕਈ ਵਾਰੀ ਚੰਗੇ ਕੈਂਡੀਡੇਟ ਹੁੰਦੇ ਨੇ, ਉਹ ਜਿਵੇਂ ਪਾਰਟੀ ਦੇ ਅੰਦਰ ਬਹੁਤ ਗਲਤ ਬੰਦੇ ਹੁੰਦੇ ਨੇ। ਖਿਆਲ ਕਰਿਆ ਜੇ ਕੋਈ ਹਰਿਆ ਬੂਟ ਰਹੇ ਹੋਰੀ, ਗੁਰਬਾਣੀ ਦਾ ਪਾਵਨ ਬਚਨ ਹੈ, ਚੰਗੇ ਵੀ ਹੁੰਦੇ ਨੇ। ਇਸ ਕਰਕੇ ਜਦੋਂ ਅਸੀਂ ਚੰਗੇ ਕੈਂਡੀਡੇਟ ਦੀ ਮਦਦ ਕਰਦੇ ਹਾਂ, ਮੈਂ ਤੇ ਇੱਥੋਂ ਤੱਕ ਵੀ ਪਿਛਲੇ ਦਿਨਾਂ ਦੇ ਵਿੱਚ ਗੱਲਬਾਤ ਕੀਤੀ ਹੈ ਕਿ ਮੈਂ ਕਿਹਾ ਵੀ ਚਲੋ ਠੀਕ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਲੈਕਸ਼ਨ ਲੜਨ ਦੇ ਲਈ ਸਾਡੀਆਂ ਕਾਫੀ ਧਿਰਾਂ ਇਕੱਠੀਆਂ ਹੋ ਗਈਆਂ, ਬੜੀ ਚੰਗੀ ਗੱਲ ਹੈ। ਲੋਕ ਕਹਿੰਦੇ ਚੰਗੇ ਸੰਕੇਤ ਹੈ। ਮੈਂ ਕਈ ਵਾਰੀ ਕਹਿੰਦਾ ਹੁੰਦਾ ਵੀ ਇਹਨਾਂ ਦੇ ਨਾਲ ਤੁਸੀਂ ਕਾਬਜ ਧਿਰ ਨੂੰ ਘਰ ਬੈਠੀ ਨੂੰ ਜਿਤਾ ਦਿਓਗੇ। ਅਗਲਾ 20 ਤੋਂ 25% ਵੋਟ ਆਪਣੇ ਘਰ ਦੇ ਵਿੱਚੋਂ ਲੈ ਕੇ ਨਿਕਲਦਾ ਹੈ, ਕਿਉਂਕਿ ਪੁਰਾਣੀ ਪਾਰਟੀ ਇਸ ਕਰਕੇ ਲੈ ਕੇ ਘਰੋਂ ਨਿਕਲਦਾ ਹੈ। ਲੰਮੇ ਸਮੇਂ ਤੋਂ ਐਸਜੀਪੀਸੀ ਦੇ ਉੱਪਰ ਕਾਬਜ ਧਿਰ, ਮੈਂ ਉਹਨਾਂ ਦੀ ਗੱਲ ਕਰਦਾ ਪਿਆ ਵਾਂ। ਹੁਣ ਜੇ ਮੰਨ ਲਓ 100% ਵੋਟ ਕਦੀ ਵੀ ਪੋਲ ਨਹੀਂ ਹੁੰਦੀ। ਹੁਣ ਜਿਹੜੀਆਂ 5 ਧਿਰਾਂ ਨੇ ਜੇ 10-10% ਵੋਟ ਲੈ ਕੇ 50% ਵੋਟ ਵੀ ਲੈ ਜਾਂਦੀਆਂ ਨੇ ਤੇ ਜਿਹੜਾ 25 ਆਪਣੇ ਘਰੋਂ ਲੈ ਕੇ ਨਿਕਲਦਾ ਉਹ ਤਾਂ ਘਰ ਬੈਠਾ ਜਿੱਤ ਜਾਵੇਗਾ। ਸੋ ਸਾਨੂੰ ਐਸੇ ਸਮੇਂ ਤੇ ਕੀ ਕਰਨਾ ਚਾਹੀਦਾ ਹੈ? ਕੁਝ ਲੋਕ ਕਹਿੰਦੇ ਆਪਸ ਦੇ ਵਿੱਚ ਇਕੱਠੇ ਹੋ ਜਾਣਾ ਚਾਹੀਦਾ ਹੈ। ਮੈਂ ਕਈ ਵਾਰੀ ਦੇਖਦਾ ਮੈਂ ਏਕਾ ਨਹੀਂ ਹੁੰਦਾ ਕਈਆਂ ਗੱਲਾਂ ਤੋਂ। ਜੇ ਏਕਾ ਉੱਥੇ ਨਹੀਂ ਹੋ ਸਕਦਾ ਤੇ ਘੱਟੋ ਘੱਟ ਸਾਨੂੰ ਉੱਥੇ ਇਹ ਵਿਚਾਰ ਕਰ ਲੈਣੀ ਚਾਹੀਦੀ ਹੈ ਵੀ ਮੇਰੇ ਇਲਾਕੇ ਦੇ ਅੰਦਰ ਤੁਹਾਡਾ ਆਹ ਸਿੰਘ ਖੜਾ ਹੈ, ਇਹਦੀ ਸਾਰੀ ਜ਼ਿੰਮੇਵਾਰੀ ਤੁਹਾਡੀ ਹੈ, ਇਹਨੂੰ ਟਣਕਾ ਕੇ ਤੁਸੀਂ ਵੇਖ ਲਵੋ। ਇਹ ਜੇ ਬੰਦਾ ਤੁਸੀਂ ਇੱਥੇ ਖੜਾ ਕਰ ਦਿੱਤਾ ਹੈ ਤੇ ਮੈਂ ਇਹਦੇ ਵਿਰੋਧ ਵਿੱਚ ਆਪਣਾ ਕੈਂਡੀਡੇਟ ਨਹੀਂ ਦਿਆਂਗਾ। ਮੈਂ ਆਪਣੇ ਵਰਕਰ ਨੂੰ ਕਹਾਂਗਾ ਵੀ ਇਹਦਾ ਸਮਰਥਨ ਕਰੋ। ਜੇ ਸੈਕਿੰਡ ਜਗ੍ਹਾ ਦੇ ਉੱਪਰ ਜਾ ਕੇ ਉੱਥੇ ਐਸਾ ਹੋ ਜਾਂਦਾ ਹੈ ਕਿ ਜੇ ਤੁਹਾਡਾ ਵਰਕਰ ਜਿਹੜਾ ਆ ਜਾਂ ਮੇਰਾ ਵਰਕਰ ਹੈ ਉੱਥੇ ਉਹ ਬੜਾ ਵਧੀਆ ਕੰਮ ਕਰਦਾ ਪਿਆ, ਉੱਥੇ ਤੁਸੀਂ ਆਪਣਾ ਕੈਂਡੀਡੇਟ ਨਹੀਂ ਦਿਓਗੇ, ਉਹਦੀ ਜ਼ਿੰਮੇਵਾਰੀ ਮੇਰੀ ਹੋਵੇਗੀ। ਇਸ ਤਰੀਕੇ ਨਾਲ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਾਡੀ ਧਾਰਮਿਕ ਸੰਸਥਾ ਹੈ ਉਹਦੇ ਵਿੱਚ ਚੰਗੇ ਚਿਹਰੇ ਲਿਆ ਸਕਦੇ ਹਾਂ। ਕਈਆਂ ਦੇ ਮਨ ਦੇ ਵਿੱਚ ਖਿਆਲ ਆਵੇਗਾ ਕਿ ਹਰਪ੍ਰੀਤ ਸਿੰਘ ਮਖੂ ਐਸੀ ਗੱਲ ਕਰਦਾ ਪਿਆ ਹੈ ਕਿ ਕੈਂਡੀਡੇਟ ਤੇ ਕਈ ਪਾਰਟੀਆਂ ਦੇ ਵਿੱਚੋਂ ਰਵਾਇਤੀ ਪਾਰਟੀਆਂ ਨੇ ਉਹਨਾਂ ਦੇ ਵਿੱਚੋਂ ਵੀ ਹੋਵੇਗਾ। ਇੱਥੇ ਮੈਂ ਇੱਕ ਦੋਸਤੋ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਵਾਂ, ਬੜੇ ਪਿਆਰ ਦੇ ਨਾਲ ਸਮਝਣਾ। ਆਪਾਂ ਜ਼ਿਕਰ ਕਰਦੇ ਹਾਂ ਗੰਗੂ ਦਾ, ਮੈਂ ਵੀ ਜ਼ਿਕਰ ਕਰਦਾ ਵਾਂ, ਤੁਸੀਂ ਵੀ ਜ਼ਿਕਰ ਕਰਦੇ ਹੋ। ਹੁਣ ਜੇ ਗੰਗੂ ਦੀ ਗੱਲ ਕਰੀਏ ਤੇ ਕਾਹਨ ਸਿੰਘ ਨਾਭਾ ਦੇ ਮੁਤਾਬਕ ਉਹ ਗੁਰੂ ਘਰ ਦਾ ਇੱਕ ਸੇਵਾਦਾਰ ਹੈ, ਸੇਵਕ ਹੈ। ਜੇ ਗੱਲ ਕਰੀਏ ਪ੍ਰੋਫੈਸਰ ਸਾਹਿਬ ਸਿੰਘ ਦੀ, ਉਹਨਾਂ ਦੇ ਮੁਤਾਬਕ ਰਸੋਈਆ ਵੀ ਹੈ। ਪਰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਵਾਂ, ਗੁਰੂ ਗੋਬਿੰਦ ਸਿੰਘ ਦੇ ਥੱਲੇ ਕੰਮ ਕਰਦਾ ਹੈ, ਪਰ ਸਾਹਿਬਜ਼ਾਦਿਆਂ ਦੀ ਗ੍ਰਿਫਤਾਰੀ ਆਪਣੇ ਘਰ ਦੇ ਵਿੱਚੋਂ ਚਿੱਟੇ ਦਿਨ ਕਰਵਾ ਰਿਹਾ ਹੈ। ਦੂਜੇ ਪਾਸੇ ਜੇ ਗੱਲ ਕਰਾਂ ਬਾਬਾ ਮੋਤੀ ਰਾਮ ਮਹਿਰਾ ਦੀ, ਮਹਿਰਾ ਪਰਿਵਾਰ ਦੇ ਵਿੱਚੋਂ ਸਨ, ਉਹ ਕੰਮ ਕਰਦੇ ਨੇ ਵਜ਼ੀਰ ਖਾਨ ਦੇ ਥੱਲੇ, ਕਿਉਂਕਿ ਵਜ਼ੀਰ ਖਾਨ ਦੇ ਕਰਮਚਾਰੀ ਨੇ, ਤੇ ਉਹ ਆਪਣੀ ਜਾਨ ਦੀ ਬਾਜੀ ਲਾ ਕੇ ਸਾਹਿਬਜ਼ਾਦੇ ਤੇ ਮਾਤਾ ਜੀ ਨੂੰ ਦੁੱਧ ਪਿਆ ਰਹੇ ਨੇ। ਹੁਣ ਜਿਹੜਾ ਤੇ ਗੁਰੂ ਗੋਬਿੰਦ ਸਿੰਘ ਦੇ ਥੱਲੇ ਕੰਮ ਕਰਦਾ ਪਿਆ ਉਹ ਤਾਂ ਸਾਹਿਬਜ਼ਾਦੇ ਨੂੰ ਚਿੱਟੇ ਦਿਨ ਗ੍ਰਿਫਤਾਰ ਕਰਵਾ ਰਿਹਾ, ਤੇ ਜਿਹੜਾ ਵਜ਼ੀਰ ਖਾਨ ਦੇ ਥੱਲੇ ਕੰਮ ਕਰਦਾ ਪਿਆ ਉਹ ਜਾਨ ਦੀ ਬਾਜੀ ਲਾ ਕੇ ਦੁੱਧ ਪਿਆ ਰਿਹਾ। ਬਦਲੇ ਵਿੱਚ ਦੁੱਧ ਦਾ ਮੁੱਲ ਉਹਨੂੰ ਇਹ ਮੋੜਨਾ ਪਿਆ ਕਿ ਸਾਰਾ ਟੱਬਰ ਤੇਲੀਆਂ ਮਖੱਲੇ ਦੇ ਵਿੱਚ ਲਿਜਾ ਕੇ ਕੋਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ। ਗੱਲ ਇਹ ਨਹੀਂ ਕਿ ਤੁਸੀਂ ਕਿਸ ਪਾਰਟੀ ਦੇ ਥੱਲੇ ਕੰਮ ਕਰਦੇ ਹੋ, ਗੱਲ ਇਹ ਵੀ ਤੁਹਾਡੀ ਸੋਚ ਕਿੱਥੇ ਕੰਮ ਕਰਦੀ ਹੈ। ਜਦੋਂ ਅਸੀਂ ਇਹ ਸੋਚ ਕੇ ਚੱਲਾਂਗੇ ਕਿ ਮੈਂ ਸਿੱਖ ਪਹਿਲਾਂ ਵਾਂ, ਮੈਂ ਆਹ ਪਾਰਟੀ ਦਾ ਜਿਹੜਾ ਠੱਪਾ ਮੇਰਾ ਬਾਤ ਹੈ, ਤੇ ਮੇਰੇ ਖਿਆਲ ਦੇ ਵਿੱਚ ਕੋਈ ਵੀ ਪਾਰਟੀ ਤੁਹਾਨੂੰ ਯੂਜ਼ ਨਹੀਂ ਕਰ ਪਾਏਗੀ। ਉਹਨਾਂ ਨੂੰ ਪਤਾ ਹੋਵੇਗਾ ਕਿ ਇਹ ਸਿੱਖ ਪਹਿਲਾਂ ਕਿ ਸਿਧਾਂਤ ਦੀ ਗੱਲ ਪਹਿਲਾਂ ਕਰੇਗਾ, ਸਾਡੀ ਪਾਰਟੀ ਦੀ ਗੱਲ ਬਾਅਦ ਵਿੱਚ ਕਰੇਗਾ। ਪਰ ਜਦੋਂ ਪਹਿਲਾਂ ਹੀ ਅਸੀਂ ਜੁੱਤੀ ਦੇ ਥੱਲੋਂ ਲੰਘ ਜਾਂਦੇ ਆ, ਅਗਲਿਆਂ ਨੂੰ ਪਤਾ ਹੁੰਦਾ ਵੀ ਨਹੀਂ ਪੱਗ ਹੀ ਸਿਰ ਤੇ ਹੈ,
ਗੁਰੂਆਂ ਦੀ ਵਿਚਾਰਧਾਰਾ ਇਹਦੇ ਵਿੱਚ ਨਹੀਂ ਹੈ। ਨੁਕਸਾਨ ਸਭ ਤੋਂ ਵੱਡੇ ਇਹ ਹੁੰਦੇ ਨੇ। ਅੱਜ ਸਾਨੂੰ ਚੰਗੇ ਚਿਹਰੇ, ਜਿਵੇਂ ਵੀਰ ਜੀ ਨੇ ਦੱਸਿਆ ਵੀ ਚੰਗੇ ਕੈਂਡੀਡੇਟ, ਚੰਗੇ ਚਿਹਰੇ ਪਹਿਲਾਂ ਆਪਣੇ ਘਰਾਂ ਦੇ ਵਿੱਚੋਂ ਤਲਾਸ਼ੋ। ਜ਼ਰੂਰੀ ਨਹੀਂ ਹੁੰਦਾ ਹਰ ਵਾਰੀ ਆਪਾਂ ਬਾਹਰੋਂ ਲੱਭਣਾ, ਆਪਣੇ ਘਰਾਂ ਦੇ ਵਿੱਚੋਂ ਤਲਾਸ਼ੋ। ਹੋ ਸਕਦਾ ਉਹ ਕਾਬਲੀਅਤ ਤੁਹਾਡੇ ਆਪਣੇ ਅੰਦਰ ਹੋਵੇ। ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇਣਾ। ਜਦੋਂ ਅਸੀਂ ਗੱਲ ਕਰਦੇ ਹਾਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ, ਤੇ ਸੱਚੇ ਪਾਤਸ਼ਾਹ ਦੇ ਅੰਦਰ ਇੱਕ ਐਸਾ ਨਜ਼ਰੀਆ ਹੈ ਕਿ ਜਿਹਨੂੰ ਲੋਕੀ ਕਹਿੰਦੇ ਨੇ ਕਿ ਇਹ ਤੇ ਬੈਰਾਗੀ ਬਣ ਗਿਆ, ਇਹ ਤੇ ਬੈਰਾਗੀ ਬਣ ਗਿਆ, ਲਛਮਣ ਦਾਸ ਤੋਂ ਮਾਧੋ ਦਾਸ ਬਣ ਗਿਆ। ਕਿਸੇ ਨੇ ਚਿਤਵਿਆ ਵੀ ਨਹੀਂ ਹੋਣਾ ਕਿ ਇਹ ਮਾਧੋ ਦਾਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਬਣ ਕੇ ਪੰਜਾਬ ਦੀ ਧਰਤੀ ਤੇ ਖੰਡੇ ਵੀ ਖੜਕਾਵੇਗਾ। ਪਰ ਮੇਰੇ ਸੱਚੇ ਪਾਤਸ਼ਾਹ ਜੀ ਦਾ ਨਜ਼ਰੀਆ ਸੀ, ਪਰਖ ਕੀਤੀ ਗਈ ਵੀ ਇਹ ਕੰਮ ਇਹ ਸ਼ਖਸ ਕਰ ਸਕਦਾ ਹੈ। ਸੋ ਸਾਨੂੰ ਵੀ ਅੱਜ ਗੁਰੂਆਂ ਦੇ ਆਸ਼ੇ ਤੇ ਚੱਲਦਿਆਂ ਹੋਇਆਂ ਸਾਨੂੰ ਪਰਖ ਕਰਨੀ ਪੈਣੀ ਹੈ। ਕਿਸੇ ਸੱਜਣ ਨੇ ਬੜਾ ਪਿਆਰਾ ਲਿਖਿਆ, ਕਹਿੰਦਾ ਵੀ ਕਿਸੇ ਨੇ ਕਹਿ ਦਿੱਤਾ, ਕਹਿੰਦਾ ਵੀ ਮੂਰਤੀ ਬੜੀ ਪਿਆਰੀ ਬਣੀ ਹੈ, ਕਿਆ ਬਾਤ ਹੈ, ਬੜੀ ਪਿਆਰੀ ਤਿਆਰ ਕੀਤੀ ਹੈ ਮੂਰਤੀ। ਉਹ ਕਹਿੰਦਾ ਨਹੀਂ, ਪੱਥਰ ਸੀ। ਮੈਂ ਕਹਿੰਦਾ ਫਾਲਤੂ ਉਤਾਰਦਾ ਗਿਆ, ਵਿੱਚੋਂ ਮੂਰਤੀ ਆਪਣੇ ਆਪ ਨਿਕਲ ਗਈ। ਕਹਿੰਦਾ ਮੂਰਤੀ ਤੇ ਪਹਿਲਾਂ ਹੀ ਕੁਦਰਤ ਨੇ ਵਿੱਚ ਰੱਖੀ ਸੀ, ਮੈਂ ਫਾਲਤੂ ਤਰਾਸ਼ਿਆ, ਮੂਰਤੀ ਨਿਕਲ ਆਈ। ਆਪਣੇ ਆਪ ਨੂੰ ਤਰਾਸ਼ ਕੇ ਵੇਖੀਏ, ਹੋ ਸਕਦਾ ਜਿਹੜੀ ਮੂਰਤ ਮੈਂ ਬਾਹਰ ਲੱਭਦਾ ਹੋਵਾਂ ਉਹ ਮੇਰੇ ਅੰਦਰ ਧਰੀ ਹੋਵੇ। ਇਨਸਾਨ ਦੇ ਅੰਦਰ ਇੱਕ ਕਲਾਕਾਰ ਬੈਠਾ ਹੈ, ਇੱਕ ਸੰਗੀਤਕਾਰ ਬੈਠਾ ਹੈ, ਉਹਦੇ ਵਿੱਚ ਇੱਕ ਲੇਖਕ ਬੈਠਾ ਹੋਇਆ, ਇੱਕ ਵਿਦਵਾਨ ਬੈਠਾ ਹੋਇਆ, ਇੱਕ ਬਿਜ਼ਨਸਮੈਨ ਬੈਠਾ ਹੋਇਆ, ਇੱਕ ਫਿਲਾਸਫਰ ਬੈਠਾ ਹੋਇਆ, ਇੱਕ ਸਕਾਲਰ ਬੈਠਾ ਹੋਇਆ ਹੈ। ਗੱਲ ਤੇ ਕੱਢਣ ਦੀ ਹੈ ਨਾ। ਧਰਤੀ ਦੇ ਵਿੱਚ ਕੋਲਾ ਵੀ ਹੈ, ਧਰਤੀ ਦੇ ਵਿੱਚ ਪਾਣੀ ਵੀ ਹੈ, ਧਰਤੀ ਦੇ ਵਿੱਚ ਤੇਲ ਵੀ ਹੈ, ਬੜੇ ਐਸੇ ਪਦਾਰਥ ਧਰਤੀ ਦੇ ਵਿੱਚ ਨੇ। ਪਰ ਖਿਆਲ ਕਰੇ ਜੇ ਲੱਭਣੇ ਤੇ ਪੈਣਗੇ ਨਾ, ਸੰਕੇਤ ਬਾਹਰ ਨੇ। ਸੋ ਅੱਜ ਆਪੋ ਆਪਣੇ ਸੰਕੇਤਾਂ ਨੂੰ ਪਛਾਣੀਏ ਤੇ ਇਹ ਜਾਣੀਏ, ਖੁਦ ਮੁਖਤਿਆਰੀ ਦੇ ਰਾਹ ਤੁਰੀਏ। ਜਿਹੜੀ ਗੱਲ ਐਡਵੋਕੇਟ ਹਰਪ੍ਰੀਤ ਸਿੰਘ ਜਮਾਲਪੁਰ ਨੇ ਕੀਤੀ ਹੈ, ਖੁਦ ਮੁਖਤਿਆਰੀ ਦੇ ਰਾਹ ਦੇ ਉੱਪਰ ਤੁਰੀਏ ਤੇ ਆਪਣੇ ਆਪ ਦੇ ਵਿੱਚੋਂ ਚੀਜ਼ਾਂ ਲੱਭੀਏ ਜਿਹੜੀਆਂ ਲੰਮੇ ਸਮੇਂ ਤੋਂ ਬਾਹਰ ਲੱਭਦੇ ਪਏ ਆ। ਆਪਣੇ ਪਰਿਵਾਰ ਦੇ ਵਿੱਚ ਲੱਭੀਏ, ਆਪਣੇ ਬੱਚਿਆਂ ਦੇ ਵਿੱਚ ਲੱਭੀਏ ਤੇ ਲੱਭਣ ਤੋਂ ਬਾਅਦ ਐਸੇ ਚਿਹਰੇ ਸਮਾਜ ਨੂੰ ਦਈਏ। ਪਹਿਲਾਂ ਘਰ ਦੇ ਵਿੱਚੋਂ ਗੁਰੂ ਆਸ਼ੇ ਅਨੁਸਾਰ ਉਹਨਾਂ ਨੂੰ ਤਰਾਸ਼ੀਏ। ਤਰਾਸ਼ਣ ਤੋਂ ਬਾਅਦ ਕੋਈ ਵੀ ਚੀਜ਼ ਹੈ ਉਹਦੀ ਕੀਮਤ ਤੇ ਤਿਆਰ ਹੋਣ ਤੋਂ ਬਾਅਦ ਹੀ ਪੈਂਦੀ ਹੁੰਦੀ ਹੈ ਨਾ। ਤਿਆਰ ਹੋਣ ਤੋਂ ਬਾਅਦ ਸਮਾਜ ਨੂੰ ਦਈਏ ਤੇ ਸਮਾਜ ਵੀ ਉਸ ਚੀਜ਼ ਦਾ ਮੁੱਲ ਪਾਵੇ, ਸਮਾਜ ਨੂੰ ਪਤਾ ਹੋਵੇ ਇਹ ਚਿਹਰਾ ਨਿਤਰਿਆ ਹੋਇਆ। ਮੈਂ ਛੋਟੀ ਜਿਹੀ ਘਟਨਾ ਤੁਹਾਡੇ ਨਾਲ ਸਾਂਝੀ ਕਰਦਾ ਵਾਂ। ਜਦੋਂ ਅਸੀਂ ਕਾਸ਼ੀ ਰਾਮ ਜੀ ਦੇ ਸੰਘਰਸ਼ ਨੂੰ ਵੀ ਪੜ੍ਹਦੇ ਹਾਂ, ਬਾਬੂ ਕਾਸ਼ੀ ਰਾਮ ਜੀ ਦੇ, ਤੇ ਮੈਂ ਉਹਨਾਂ ਦੇ ਪੁਰਾਣੇ ਸਾਥੀਆਂ ਦੇ ਕੋਲੋਂ ਗੱਲ ਸੁਣੀ ਸੀ। ਕਹਿੰਦੇ ਕਿ ਉਹਨਾਂ ਨੇ ਹਿਮਾਚਲ ਦੇ ਅੰਦਰ ਇੱਕ ਰਿਕਸ਼ਾ ਵਾਲੇ ਨੂੰ ਐਮਐਲਏ ਬਣਾਤਾ। ਕਾਰਨ ਐਸਾ ਕੀ ਹੋਇਆ? ਰਿਕਸ਼ਾ ਤੇ ਬੜੇ ਚਲਾਉਂਦੇ ਨੇ, ਪਰ ਕਿਸੇ ਦੀ ਕੋਈ ਗੱਲ, ਕੋਈ ਅਦਾ ਪ੍ਰਭਾਵਿਤ ਕਰ ਜਾਂਦੀ ਹੈ। ਸਾਨੂੰ ਲੱਗਦਾ ਹੈ ਵੀ ਇਸ ਬੰਦੇ ਨੂੰ ਮਿਸ਼ਨ ਤੇ ਵਿਜ਼ਨ ਕਲੀਅਰ ਹੈ। ਇਸ ਕਰਕੇ ਜੇ ਦਸ਼ਾ ਤੇ ਦਿਸ਼ਾ ਦੋ ਚੀਜ਼ਾਂ ਕਲੀਅਰ ਨੇ ਤੇ ਕਿਉਂ ਨਾ ਇਹਦੇ ਕੋਲੋਂ ਆਹ ਸੇਵਾਵਾਂ ਲਈਆਂ ਜਾਣ। ਸੋ ਕਹਿਣ ਤੋਂ ਭਾਵ ਇਹ ਹੈ, ਉਹ ਨਜ਼ਰੀਆ ਵੀ ਰੱਖਣਾ ਪਏਗਾ, ਆਪਣੇ ਆਪ ਨੂੰ ਤਰਾਸ਼ਣਾ ਵੀ ਪਏਗਾ, ਖੁਦ ਮੁਖਤਿਆਰੀ ਦੇ ਰਾਹ ਤੁਰਨਾ ਪਏਗਾ। ਤੇ ਜਦੋਂ ਤੁਹਾਡੇ ਕੋਲ ਸੱਤਾ ਆ ਗਈ ਤੇ ਫਿਰ ਸੜਕਾਂ ਤੇ ਧਰਨੇ ਲਾ ਕੇ ਆਪਣੀ ਗੱਲ ਨਹੀਂ ਮਨਵਾਵਾਂਗੇ। ਫਿਰ ਮਾਮਲਾ ਉੱਠੇਗਾ ਤੇ ਪਾਰਲੀਮੈਂਟ ਦੇ ਵਿੱਚ ਗੂੰਜੇਗਾ। ਲੋਕਾਂ ਨੂੰ ਵੀ ਪਤਾ ਹੋਵੇਗਾ ਕਿ ਜੇ ਕਿਤੇ ਐਸਾ ਸਿੱਖ ਦੀ ਪੱਗ ਨਾਲ ਹੋ ਗਿਆ ਤੇ ਵਿਧਾਨ ਸਭਾ ਦੇ ਵਿੱਚ ਮਾਮਲਾ ਗੂੰਜਣ ਲੱਗ ਪੈਣਾ, ਪਾਰਲੀਮੈਂਟ ਦੇ ਵਿੱਚ ਗੂੰਜਣ ਲੱਗ ਪੈਣਾ। ਫਿਰ ਰੇਪ ਦੀਆਂ ਘਟਨਾਵਾਂ ਸੁਣਨ ਨੂੰ ਨਹੀਂ ਮਿਲਣਗੀਆਂ, ਫਿਰ ਕੁਝ ਨਹੀਂ ਹੋਵੇਗਾ। ਹੁਣ ਤੇ ਕਈ ਵਾਰੀ ਇਨਸਾਫ ਲੈਣ ਵਾਸਤੇ ਹੀ ਬਿਰਖ ਹੋ ਜਾਣਾ ਪੈਂਦਾ ਹੈ। ਐਸਾ ਸਾਡੇ ਪੰਜਾਬ ਦੇ ਵਿੱਚ ਵਾਪਰਦਾ ਪਿਆ। ਮੈਂ ਕਈ ਵਾਰੀ ਕਹਿਣਾ ਹੁੰਦਾ ਵਾਂ, ਜੇ ਸੱਤਾ ਸਾਡੀ ਆਪਣੀ ਹੁੰਦੀ, ਸਾਡੇ ਆਪਣੇ ਵਕੀਲ ਹੁੰਦੇ, ਸਾਡੇ ਆਪਣੇ ਬੱਚੇ ਜੱਜ ਹੁੰਦੇ ਤੇ 84 ਦਾ ਇਨਸਾਫ ਲੈਂਦਿਆਂ ਇੰਨਾ ਲੰਮਾ ਵਕਤ ਨਹੀਂ ਸੀ ਲੱਗਣਾ ਜਿੰਨਾ ਲੰਮਾ ਸਮਾਂ ਲੱਗ ਗਿਆ। ਔਰ ਐਡਵੋਕੇਟ ਹਰਪ੍ਰੀਤ ਸਿੰਘ ਜਮਾਲਪੁਰ ਨੇ ਤੁਹਾਨੂੰ ਗੱਲ ਦੱਸੀ ਸੀ ਕਿ ਬੀਬੀ ਨੇ ਇਨਸਾਫ ਲਿਆ, ਭਾਵੇਂ ਉਹ ਬੰਦੂਕ ਦੀ ਗੋਲੀ ਦੇ ਨਾਲ ਲਿਆ, ਪਰ ਜਿਹੜਾ ਬੀਬੀ ਨੂੰ ਇਨਸਾਫ ਮਿਲਿਆ, ਕਿਉਂਕਿ ਜੇ ਉਹਦੇ ਨਾਲ ਧੱਕਾ ਹੋਇਆ ਤਾਂ ਉਸਨੇ ਠਾਕੁਰ ਮਾਰੇ, ਸ਼ੌਕ ਦੇ ਨਾਲ ਤੇ ਉਹ ਮਾਰਨ ਨਹੀਂ ਸੀ ਗਈ। ਪਰ ਬੀਬੀ ਤੇ 55 ਦੇ ਲਾਗੇ ਕੇਸ। ਪਰ ਜਿਉਂ ਹੀ ਪਾਰਟੀ ਸੱਤਾ ਦੇ ਵਿੱਚ ਆਈ ਤੇ ਸੱਤਾ ਵਿੱਚ ਆਉਣ ਤੋਂ ਬਾਅਦ ਸਾਰੇ ਕੇਸ ਬਾਰੀ ਹੋ ਗਏ। ਮੈਂ ਵੀ ਚਾਹੁੰਦਾ ਵਾਂ ਸਾਡੀ ਆਪਣੀ ਸੱਤਾ ਹੋਵੇ, ਸਾਡੇ ਆਪਣੇ ਭਰਾ ਹੋਣ, ਸਾਡੇ ਆਪਣੇ ਦਰਦ ਰੱਖਣ ਵਾਲੇ ਹੋਣ। ਤੇ ਮੇਰੇ ਖਿਆਲ ਦੇ ਵਿੱਚ ਫਿਰ ਸਰਕਾਰਾਂ ਨੂੰ ਇਹ ਕਹਿਣਾ ਨਹੀਂ ਪੈਣਾ ਖੁਦ ਮੁਖਤਿਆਰੀ ਦੇ ਦਿਓ, ਫਿਰ ਤੇ ਆਪ ਖੁਦ ਮੁਖਤਿਆਰੀ ਕਰਕੇ ਵਿਖਾਵਾਂਗੇ ਵੀ ਇਹੋ ਜੀ ਹੁੰਦੀ ਹੈ। ਅੱਜ ਸਾਡੇ ਕੋਲ ਸੱਤਾ ਨਹੀਂ ਹੈ, ਅੱਜ ਰਾਜ ਨਹੀਂ ਹੈ, ਪਰ ਰਾਜ ਦੀ ਸਾਡੇ ਕੋਲ ਹਿਸਟਰੀ ਹੈ ਵੀ ਅਸੀਂ ਦੁਨੀਆ ਦਾ ਬੈਸਟ ਰਾਜ ਕੀਤਾ ਹੈ। ਅੱਜ ਰਾਜ ਨਹੀਂ ਹੈ, ਸੱਭਿਅਤਾ ਅੱਜ ਸਾਡੇ ਕੋਲ ਇਤਰਾਜ਼ ਨਾ ਕਰੇ ਜੇ ਆਪਣੀ ਨਹੀਂ ਹੈ, ਪਰ ਸਿੰਧ ਘਾਟੀ ਦੀ ਸੱਭਿਅਤਾ ਸਾਡੀ ਆਪਣੀ ਸੱਭਿਅਤਾ। ਦੁਨੀਆ ਨੂੰ ਦੱਸਿਆ ਵੀ ਐਜੂਕੇਸ਼ਨ ਕਿਵੇਂ ਹੁੰਦੀ ਹੈ। ਨਾਲੰਦਾ ਯੂਨੀਵਰਸਿਟੀ ਦੀ ਹਿਸਟਰੀ ਕਦੀ ਪੜ੍ਹ ਕੇ ਵੇਖ ਲਵੋ, ਤਕਸ਼ਲਾ ਦੀ ਕਦੀ ਹਿਸਟਰੀ ਪੜ੍ਹ ਕੇ ਦੇਖ ਲਵੋ। ਦੁਨੀਆ ਤੇ ਸੱਭਿਅਤਾ ਕਿਵੇਂ ਰਹਿੰਦੀ ਹੈ,
ਕਿਸ ਤਰੀਕੇ ਨਾਲ ਇੱਕ ਸੋਹਣਾ ਸਮਾਜਿਕ ਵਾਤਾਵਰਣ ਸਿਰਜਿਆ ਜਾਂਦਾ ਹੈ। ਸਿੰਧ ਘਾਟੀ ਦੀ ਸੱਭਿਅਤਾ ਦੇਖ ਲਵੋ, ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਦੇਖ ਲਵੋ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੇਲੇ ਵੀ ਕਈ ਊਣਤਾਈਆਂ ਵੀ ਹੋਈਆਂ, ਅੱਖੋਂ ਪਰੋਖੇ ਕਰਕੇ ਚੰਗਿਆਈਆਂ ਵੱਲ ਝਾਤ ਮਾਰਾਂ ਤੇ ਦੁਨੀਆ ਨੂੰ ਦੱਸਿਆ ਵੀ ਰਾਜ ਇੰਜ ਕਰੀਦਾ ਹੁੰਦਾ। ਸੋ ਕਹਿਣ ਤੋਂ ਭਾਵ ਇਹ ਹੈ ਕਿ ਅੱਜ ਸਾਨੂੰ ਆਪਣੇ ਅੰਦਰ ਝਾਤ ਪਾਉਣੀ ਪੈਣੀ ਹੈ। ਐਡਵੋਕੇਟ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇੱਕ ਐਸੀ ਗੱਲ ਕੀਤੀ ਕਿ ਅੱਜ ਮੈਨੂੰ ਲੰਮਾ ਸਮਾਂ ਉਹਦੇ ਤੇ ਬੋਲਣਾ ਪਿਆ, ਕਿਉਂਕਿ ਸੱਤਾ ਇੱਕ ਐਸੀ ਚੀਜ਼ ਹੈ, ਜਦੋਂ ਅਸੀਂ ਸੱਤਾ ਨੂੰ ਆਪਣੇ ਹੱਥਾਂ ਵਿੱਚ ਲੈ ਲੈਨੇ ਆ ਤੇ ਸਾਡੀ ਸੋਚ ਚੰਗੀ ਹੁੰਦੀ ਹੈ, ਉਹ ਇੱਕ ਤਾਕਤ ਹੈ। ਫਿਰ ਤਾਕਤ ਦੀ ਸੁਚੱਜੀ ਵਰਤੋਂ ਤੇ ਹੁੰਦੀ ਹੈ, ਕੁਚੱਜੀ ਵਰਤੋਂ ਨਹੀਂ ਕਦੇ ਵੀ ਹੁੰਦੀ। ਉਹਦੇ ਨਾਲ ਅਸੀਂ ਸੋਹਣਾ ਸਮਾਜ ਸਿਰਜਦੇ। ਦੇਖੋ ਪਾਵਰ ਹੈ, ਪਾਵਰ ਨੂੰ ਕਿਸੇ ਪਾਸੇ ਵੀ ਲਾ ਦਿਓ। ਤੇ ਇਸ ਕਰਕੇ ਬਿਲਕੁਲ ਤੁਸੀਂ ਬੜੀਆਂ ਸੁੰਦਰ ਗੱਲਾਂ ਕੀਤੀਆਂ ਕਿ ਫਿਰ ਕਦੀ ਵੀ ਐਸੀਆਂ ਘਟਨਾਵਾਂ ਸੁਣਨ ਨੂੰ ਨਹੀਂ ਮਿਲਣਗੀਆਂ। ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦਾ ਹਾਂ ਜੀ। ਧੰਨਵਾਦ। ਸੋ ਦਰਸ਼ਕੋ, ਬੜੀ ਛੇਤੀ ਤੁਹਾਡੀ ਸੇਵਾ ਦੇ ਵਿੱਚ ਦੁਬਾਰਾ ਆਵਾਂਗਾ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।